ਉਹ ਲਾਈਵ ਕਰ ਰਹੇ ਹਾਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਮਰਦਮਸ਼ੁਮਾਰੀ ਦੇ ਜਿੰਨੇ ਵੀ ਸ਼ੋਅ ਹੈ ਅਸੀਂ ਲਾਈਵ ਕਰਦੇ ਹਾਂ। ਮੈਂ ਸਭ ਨੂੰ ਪਹਿਲੇ ਸਾਰੇ ਜਿੱਥੇ ਜਿੱਥੇ ਵੀ ਮੈਨੂੰ ਇਸ ਵਕਤ ਦੇਖ ਰਹੇ ਨੇ, ਮੇਰੇ ਜਿਤਨੇ ਵੀ ਮਿੱਤਰ ਨੇ, ਮੇਰੇ ਦੋਸਤ ਨੇ, ਜਿਹੜੇ ਜਿਹੜੇ ਮੁਲਕ 'ਚ ਵੀ ਦੇਖਦੇ ਪਏ ਆ, ਉਹਨਾਂ ਸਭ ਨੂੰ ਪਿਆਰ ਭਰਾ ਸਲਾਮ, ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ ਤੇ ਸਭ ਕੁਝ। ਤੇ ਮੈਂ ਅੱਜ ਜਿਹੜਾ ਮੈਂ ਤੁਹਾਡੇ ਨਾਲ ਇਸ ਲਾਈਵ ਮਰਦਮਸ਼ੁਮਾਰੀ ਦੇ ਖਾਸ ਸ਼ੋਅ ਜਿਹੜੀ ਸਾਡੀ 21 ਮਾਰਚ ਤੱਕ ਅਸੀਂ ਲੈ ਕੇ ਚੱਲਣਾ ਹੈਗਾ। ਇੱਕ ਸਾਡੀ ਅਵੇਅਰਨੈਸ ਦੀ ਇੱਕ ਹੈ, ਸਮਝ ਲਓ ਤਹਿਰੀਕ ਹੈ। ਉਹਦੇ ਵਿੱਚ ਮੈਂ ਔਰ ਸਾਡਾ ਚੈਨਲ ਜਿਹੜਾ ਹੈ ਗਿੰਮੀ TV UK ਹੈ, ਉਹ ਆਪਣਾ ਹਿੱਸਾ ਪਾਉਂਦਾ ਪਿਆ। ਇਹਦੇ ਵਿੱਚ ਸਭ ਤੋਂ ਪਹਿਲੇ ਮੈਂ ਇਹ ਕਹਾਂਗੀ ਕਿ ਅੱਜ ਦੇ ਸਾਡੇ ਜਿਹੜੇ ਪ੍ਰਾਹੁਣੇ ਨੇ ਉਹ ਬਹੁਤ ਖਾਸ ਨੇ ਤੇ ਸਾਡੇ ਨਾਲ ਬਰਮਿੰਗਮ ਤੋਂ ਉਹਨਾਂ ਨੇ ਸਾਂਝ ਕੀਤੀ ਹੈ। ਔਰ ਉਹਨਾਂ ਦਾ ਮੈਂ ਤੁਹਾਨੂੰ ਥੋੜਾ ਜਿਹਾ ਪਹਿਲੇ ਇੰਟਰੋਡਕਸ਼ਨ ਕਰਾ ਦੇਵਾਂ ਕਿ ਅੱਜ ਦੀ ਮੇਰੀ ਖਾਸ ਪ੍ਰਾਹੁਣੀਆਂ ਜਿਹੜੀਆਂ ਨੇ ਕਵਿਤਾ ਬਾਂਡਨ ਨੇ, ਔਰ ਉਹ ECR ਲਿਵਰਹੈਮ ਫੈਲੋ ਐਟ ਲੈਸਟਰ ਯੂਨੀਵਰਸਿਟੀ ਤੋਂ ਉਹਨਾਂ ਨੇ ਮਤਲਬ ਹੈਗੀਆਂ ਨੇ। ਔਰ ਉਹਨਾਂ ਦਾ ਬਹੁਤ ਵਧੀਆ ਕੰਮ ਹੈ ਕਿਉਂਕਿ ਤੁਸੀਂ ਦੇਖੋ ਕਿ ਉਹ ਐਡੀਟਰ ਨੇ ਦ ਬੁੱਕ ਆਫ ਬਰਮਿੰਗਮ ਦੀ। ਉਸ ਤੋਂ ਇਲਾਵਾ ਕੁਝ ਹੋਰ ਉਹਨਾਂ ਨੇ ਬੇਤਹਾਸ਼ਾ ਅੱਛਾ ਕੰਮ ਕੀਤਾ। ਇੰਨੀ ਖੁਸ਼ੀ ਹੁੰਦੀ ਆ ਜਦੋਂ ਕਿ ਆਪਾਂ ਦੇ ਨਾਲ ਕੋਈ ਐਸੀ ਇੱਕ ਯੰਗ ਲੌਟ ਔਰ रिप्रेजेंट करने वाली कोई यूथ रिप्रेजेंट करने वाला कोई बच्चा या बच्ची या बेटी या बेटा या अपने मित्र नाल जुड़दे आ ते बहुत वधिया लगदा है कि साडे काम नूं अगे लैके जाण वाली साडी जिहड़ी अगली पौध है ਉਹ ਕਿੰਨੀ ਬ੍ਰਾਈਟ ਹੈ। ਕਿਉਂਕਿ ਤੁਸੀਂ ਦੇਖੋ ਮੈਂ ਇਹਨਾਂ ਦੇ ਬਾਰੇ ਤੁਹਾਨੂੰ ਥੋੜਾ ਜਿਹਾ ਤੇ ਦੱਸਾਂਗੀ ਕਿ ਕਿਉਂਕਿ ਉਹ ਕਰੰਟਲੀ ਕੋ-ਐਡੀਟਰ ਔਰ ਐਂਥੋਲੋਜੀ ਔਨ ਡੀਕੋਲੋਨਾਈਜ਼ਿੰਗ ਟ੍ਰਾਂਸਲੇਸ਼ਨ ਹੈਗੀਆਂ ਨੇ ਔਰ ਨੈਸ਼ਨਲ ਸੈਂਟਰ ਫॉर ਰਾਈਟਿੰਗ 'ਚ ਉਹਨਾਂ ਦੀ ਫਿਕਸ਼ਨ ਵੀ ਲਿਖਦੀਆਂ ਨੇ, ਨੌਨ ਫਿਕਸ਼ਨ, ਉਹਦੇ ਬਾਅਦ ਐਕੈਡੈਮਿਕ ਵਰਕ ਹੈ। ਬੇਸਿਕਲੀ ਉਹ ਨਾ ਅਗਰ ਦੇਖਿਆ ਜਾਏ ਤੇ ਉਹ ਹੈਗੇ ਨੇ ਐਕੈਡੈਮਿਕ ਰਿਸਰਚਰ ਨੇ। ਉਹਦੇ ਬਾਅਦ ਫਿਕਸ਼ਨ ਰਾਈਟਰ ਵੀ ਨੇ, ਐਡੀਟਰ ਵੀ ਨੇ, ਟ੍ਰਾਂਸਲੇਟਰ ਵੀ ਨੇ ਔਰ ਬੜਾ ਕੁਝ ਹੈ ਬਈ, ਕਮਾਲ ਹੈ। ਮੈਂ ਚਾਹਾਂਗੀ ਕਿ ਮੈਂ ਉਹਨਾਂ ਨੂੰ ਨਾਲ ਲੈ ਲਾਂ ਤੇ ਫਿਰ ਅਸੀਂ ਗੱਲਬਾਤ ਕਰੀਏ ਤੇ ਫਿਰ ਉਹਨਾਂ ਦੇ ਨਾਲ ਅਸੀਂ ਫਿਰ ਮਰਦਮਸ਼ੁਮਾਰੀ ਬਰਮਿੰਗਮ 'ਚ ਕਿਸ ਤਰ੍ਹਾਂ ਉਹਦੇ ਉੱਤੇ ਕੰਮ ਹੋ ਰਿਹਾ ਹੈ ਜਾਂ ਕੀ ਲੋਕਾਂ ਦੇ ਉਹਦੇ ਬਾਰੇ ਵਿਊਜ਼ ਨੇ। ਤੇ ਆਇਓ ਤੇ ਮਿਲਦੇ ਹਾਂ। ਕਵਿਤਾ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਥੈਂਕ ਯੂ ਫॉर ਕਮਿੰਗ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਹੋ ਅੱਜ। ਤੇ ਕੀ ਹਾਲ ਚਾਲ ਹੈ? ਬਿਲਕੁਲ ਸਹੀ। ਅੱਜ ਮੈਂ ਡੈਂਟਿਸਟ ਗਈ ਸੀ ਸੋ ਥੋੜੀ ਜਿਹੀ ਪੇਨ ਹੈਗੀ ਹੈ ਲੇਕਿਨ ਮੈਂ ਬਿਲਕੁਲ ਠੀਕ ਹੈਗੀ। ਤੁਸੀਂ ਕਿੱਦਾਂ? ਤੁਹਾਡਾ ਕੀ ਹਾਲ? ਬਿਲਕੁਲ ਠੀਕ ਹਾਂ, ਥੈਂਕ ਯੂ। ਐਕਚੁਅਲੀ ਤੁਸੀਂ ਇੰਨੇ ਕੰਮ ਕਰਦੇ ਪਏ ਹੋ ਔਰ ਫਿਰ ਤੁਹਾਨੂੰ ਮੈਂ ਆਪਣੇ ਆਡੀਅנס ਨੂੰ ਇਹ ਵੀ ਦੱਸਦੀ ਫਿਰਾਂ ਜਾਂ ਜਿਹੜੇ ਮੈਨੂੰ ਸੁਣ ਰਹੇ ਨੇ, ਦੇਖ ਰਹੇ ਨੇ ਕਿ ਕਵਿਤਾ ਇੱਕ ਛੋਟੀ ਜਿਹੀ ਬੇਬੀ ਦੀ ਮੰਮੀ ਵੀ ਨੇ। ਤੇ ਕਵਿਤਾ ਤੁਸੀਂ ਔਰ ਇਹਨਾਂ ਨੇ ਖਾਸ ਤੌਰ ਤੇ ਸਾਡੇ ਇਸ ਸ਼ੋਅ ਵਾਸਤੇ ਉਹ ਆਪਣੇ ਹਸਬੈਂਡ ਕੋਲੋਂ ਬੇਬੀ ਸਿਟਿੰਗ ਵੀ ਕਰਵਾ ਰਹੇ ਹੈ ਨਾ। ਮੈਂ ਇੱਕ ਚੀਜ਼ ਕਹੂੰਗੀ ਕਿ ਹਸਬੈਂਡ ਮੇਰੇ ਸੋਚ ਦੇ ਵਿੱਚ ਹਸਬੈਂਡ ਬੇਬੀ ਸਿਟਿੰਗ ਨਹੀਂ ਕਰਦੇ ਕਿਉਂਕਿ ਉਹਨਾਂ ਦੀ ਵੀ ਬੇਬੀ ਆ ਜਿੰਨੀ ਮੇਰੀ ਹੈਗੀ। ਮੈਨੂੰ ਲੱਗਦਾ ਕਿ ਬਹੁਤ ਵਾਰੀ ਏਦਾਂ ਲੱਗਦਾ ਜਿੱਦਾਂ ਔਰਤ ਦਾ ਕੰਮ ਹੈਗਾ ਹੈ ਨਾ ਬੇਬੀ ਸੰਭਾਲਣਾ, ਲੇਕਿਨ ਮੈਨੂੰ ਤਾਂ ਲੱਗਦਾ ਕਿ ਦੋਵਾਂ ਦਾ ਕੰਮ ਹੈ। ਹਾਂਜੀ, ਦੋਵਾਂ ਦਾ ਕੰਮ ਆ ਬਿਲਕੁਲ। ਇਸ ਕਰਕੇ ਫਿਰ ਉਹ ਬੇਬੀ ਸਿਟਿੰਗ ਨਹੀਂ ਹੁੰਦੀ ਹੈ, ਉਹਨਾਂ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ, ਹਸਬੈਂਡ ਦੀ ਜ਼ਿੰਮੇਦਾਰੀ ਹੁੰਦੀ ਹੈ। ਹਾਂ, ਇਹ ਜ਼ਿੰਮੇਦਾਰੀ ਹੈ, ਬਿਲਕੁਲ। ਇਹ ਤੁਸੀਂ ਲਫ਼ਜ਼ ਸਹੀ ਕਿਹਾ ਕਿ ਜ਼ਿੰਮੇਦਾਰੀ ਹੈ। ਇਹ ਕਿਹੜਾ ਕੋਈ ਆਪਣਾ ਇੰਡੀਆ ਪਾਕਿਸਤਾਨ ਹੈ ਕਿ ਜਿੱਥੇ ਸਾਰਾ ਕੁਝ ਜਿਹੜੀ ਇੱਥੇ ਤੇ ਲਾਅ ਹੈ ਨਾ, ਸਾਨੂੰ ਪਤਾ ਸਾਡੇ ਕਿਹੜੇ ਰਾਈਟ ਆ ਤੇ ਉਹ ਰਿਸਪੌਂਸਿਬਿਲਿਟੀ ਹੈ ਹਸਬੈਂਡ ਦੀ। ਹਾਂਜੀ ਹਾਂਜੀ। ਅੱਛਾ, ਪਹਿਲੇ ਥੋੜਾ ਜਿਹਾ ਆਪਣੇ ਬਾਰੇ ਦੱਸੋ ਕਵਿਤਾ ਤੁਸੀਂ। ਅੱਛਾ, ਤੁਸੀਂ ਬਹੁਤ ਸੋਹਣਾ ਇੰਟਰੋਡਕਸ਼ਨ ਦਿੱਤਾ ਤੇ ਵੈਸੇ ਤਾਂ ਤੁਸੀਂ ਥੋੜਾ ਦੱਸ ਚੁੱਕੇ ਹੈਗੇ ਕਿ ਮੈਂ ਲਿਖਦੀ ਵੀ ਹੈਗੀ ਆ, ਕਹਾਣੀਆਂ ਲਿਖਦੀ ਆ ਤੇ ਨੋਵਲ ਤੇ ਵੀ ਕੰਮ ਕਰ ਰਹੀ ਆ ਤੇ ਨਾਲ ਮੈਂ ਯੂਨੀਵਰਸਿਟੀ ਆਫ ਲੈਸਟਰ ਦੇ ਨਾਲ ਜੁੜੀ ਹੋਈ ਆ ਤੇ
ਮੇਰਾ ਰਿਸਰਚ ਹੈਗਾ ਪੰਜਾਬੀ ਲਿਟਰੇਚਰ ਤੇ ਮੈਂ ਜਿਹੜੇ ਪੰਜਾਬੀ ਰਾਈਟਰ ਹੈਗੇ ਜਿਹੜੇ ਅੰਗਰੇਜ਼ੀ ਦੇ ਵਿੱਚ ਤੇ ਜਿਹੜੇ ਪੰਜਾਬੀ ਦੇ ਵਿੱਚ ਲਿਖਦੇ ਆ ਤੇ ਉਹਨਾਂ ਦਾ ਮੈਂ ਕੰਮ ਐਨਾਲਾਈਜ਼ ਕਰ ਰਹੀ ਹਾਂ, ਉਹਨਾਂ ਦਾ ਫਿਕਸ਼ਨ ਖਾਸ ਮੈਂ ਉਹਦੇ ਬਾਰੇ ਲਿਖਦੀ ਪਈ ਆ ਕਿ ਉਹ ਬ੍ਰਿਟਿਸ਼ਨੈਸ ਦੇ ਬਾਰੇ ਕੀ ਲਿਖਦੇ ਹੈਗੇ, ਕਿ ਉਹ ਕੀ ਸੋਚਦੇ ਇੱਥੇ ਜਿਹੜੇ ਯੂਕੇ ਦੇ ਵਿੱਚ ਰਹਿੰਦੇ ਹੈਗੇ ਤੇ ਕਾਫੀ ਅਲੱਗ ਆ ਜਿਹੜੇ ਅੰਗਰੇਜ਼ੀ ਦੇ ਵਿੱਚ ਲਿਖਦੇ ਤੇ ਜਿਹੜੇ ਪੰਜਾਬੀ ਚ ਲਿਖਦੇ, ਉਹਨਾਂ ਦੀ ਜਿਹੜੀ ਫੋਕਸ ਹੈਗੀ ਆ। ਕੀ ਸਮਝਦੇ ਹੋ ਤੁਸੀਂ ਕਿਸ ਤਰ੍ਹਾਂ ਅਲੱਗ ਹੈਗੇ ਆ ਉਹ, ਮਤਲਬ ਪੰਜਾਬੀ ਚ ਜਿਹੜੇ ਲਿਖਦੇ ਆ ਉਹ ਕਿਸ ਤਰ੍ਹਾਂ ਅਲੱਗ ਨੇ ਤੇ ਉਹਦੇ ਬਾਅਦ ਜਿਹੜੇ ਅੰਗਰੇਜ਼ੀ ਚ ਲਿਖਦੇ ਆ ਉਹ ਕਿਸ ਤਰ੍ਹਾਂ ਫਰਕ ਨੇ? ਅੱਜ ਕੱਲ ਕੁਝ ਸਾਲਾਂ ਤੋਂ ਮੈਨੂੰ ਲੱਗਦਾ ਥੋੜਾ ਜਿਹਾ ਬਦਲ ਰਿਹਾ ਹੈਗਾ, ਲੇਕਿਨ ਜਿਹੜੇ ਅੰਗਰੇਜ਼ੀ ਦੇ ਵਿੱਚ ਲਿਖਦੇ ਹੈਗੇ ਜੋ ਮੈਂ ਰਿਸਰਚ ਕੀਤਾ ਹੈਗਾ, ਬਹੁਤ ਵਾਰੀ ਉਹ ਜ਼ਿਆਦਾ ਆਪਣੇ ਆਪ ਨੂੰ ਬ੍ਰਿਟਿਸ਼ਨੈਸ ਦੇ ਨਾਲ ਜੋੜਦੇ ਹੈਗੇ ਆ ਤੇ ਉਹਦੇ ਨਾਲ ਬਹੁਤ ਕੁਝ ਆਉਂਦਾ ਹੈਗਾ ਕਿ ਉਹ ਜਿਹੜਾ ਬ੍ਰਿਟਿਸ਼ਨੈਸ ਹੁੰਦਾ ਉਹ ਕਾਫੀ ਉਹ ਵਾਈਟਨੈਸ ਦੇ ਨਾਲ ਹੋ ਜਾਂਦਾ, ਇਸ ਕਰਕੇ ਉਹ ਆਪਣੀ ਜਿਹੜੀ ਫੈਮਿਲੀ ਹੈਗੀ, ਆਪਣੀ ਕਮਿਊਨਿਟੀ, ਉਹ ਬਹੁਤ ਵਾਰੀ ਜਿਹੜੇ ਖਾਸ ਜਿਹੜੇ ਮੈਂ ਰਾਈਟਰਸ ਨੂੰ ਉਹਨਾਂ ਦਾ ਕੰਮ ਪੜ੍ਹ ਚੁੱਕੀ ਆ, ਬਹੁਤ ਹੀ ਐਨਾਲਾਈਜ਼ ਕੀਤਾ ਹੈਗਾ ਕਿ ਉਹ ਕਾਫੀ ਉਹਨਾਂ ਨੂੰ ਸ਼ਰਮ ਆਉਂਦੀ ਹੈਗੀ ਆਪਣੀ ਬੋਲੀ ਦੀ, ਆਪਣੀ ਕਲਚਰ ਦੀ, ਤੋ ਆਪਣੀ ਉਹ ਫੈਮਲੀਜ਼ ਦੇ ਬਾਰੇ ਲਿਖਦੇ ਕਿ ਸਾਡੀ ਫੈਮਲੀਜ਼ ਕਿੰਨੀਆਂ ਬੈਕਵਰਡ ਹੈਗੀਆਂ ਤੇ ਅਸੀਂ ਉਹ ਆਪਣੇ ਆਪ ਨੂੰ ਏਦਾਂ ਦਿਖਾਉਂਦੇ ਕਿ ਅਸੀਂ ਇਹ ਦੇਖੋ ਇਹਦੇ ਤੋਂ ਕਾਫੀ ਦੂਰ ਹੈਗੇ ਆ, ਅਸੀਂ ਇੰਟੀਗ੍ਰੇਟਿਡ ਬ੍ਰਿਟਿਸ਼ ਸਿਟੀਜ਼ਨ ਹੈਗੇ ਆ ਤੇ ਸਾਡੀ ਲੇਕਿਨ ਜੋ ਕਮਿਊਨਿਟੀ ਹੈਗੀ ਔਰ ਫੈਮਿਲੀ ਹੈਗੀ ਉਹ ਕਾਫੀ ਉਹ ਇੰਟੀਗ੍ਰੇਟ ਨਹੀਂ ਕਰਦੀ ਹੈ ਬ੍ਰਿਟਿਸ਼ਨੈਸ ਦੇ ਵਿੱਚ, ਤੇ ਉਹਦਾ ਇੱਕ ਹਿੱਸਾ ਹੁੰਦਾ ਹੈ ਕਿ ਉਹ ਪੰਜਾਬੀ ਬੋਲਦੇ ਉਹ ਅੰਗਰੇਜ਼ੀ ਨਹੀਂ ਬੋਲਦੇ। ਅੱਛਾ, ਤੇ ਤੁਸੀਂ ਇਹ ਦੱਸੋ ਕਿ ਇਹ ਤੁਸੀਂ, ਕਿਉਂਕਿ ਤੁਹਾਡਾ ਫੀਡਬੈਕ ਬਹੁਤ ਇੰਪੋਰਟੈਂਟ ਆ, ਤੁਸੀਂ ਕੀ ਸਮਝਦੇ ਹੋ ਕਿ ਇਹ ਚੀਜ਼ਾਂ ਜਿਹੜੀਆਂ ਨੇ, ਜਿਹੜਾ ਸਾਡਾ ਮਰਦਮਸ਼ੁਮਾਰੀ ਹੋ ਰਹੀ ਹੈ ਮਾਰਚ ਵਿੱਚ, ਔਰ ਸਾਡੇ ਪੰਜਾਬੀ ਤੇ ਬਹੁਤ ਸਾਰੇ ਆਪਣੇ ਇੱਥੇ ਲੋਕ ਆ, ਚੜ੍ਹਦੇ ਪੰਜਾਬ ਦੇ ਵੀ, ਲਹਿੰਦੇ ਪੰਜਾਬ ਦੇ ਵੀ, ਤੇ ਇਸ ਚੀਜ਼ ਦਾ ਕੋਈ ਅਸਰ ਪੈਂਦਾ ਉਸ ਮਰਦਮਸ਼ੁਮਾਰੀ ਵਿੱਚ? ਜੋ ਜਿਹਦੇ ਬਾਰੇ ਮੈਂ ਗੱਲ ਕਰ ਰਹੀ ਆ, ਇਹ ਜੋ ਜਿਹੜੇ ਮੈਂ ਜਿਨ੍ਹਾਂ ਦੇ ਬਾਰੇ ਗੱਲ ਕਰ ਰਹੀ ਆ ਉਹ ਹੈਗੇ ਜਿਹੜੇ ਦੂਸਰੀ ਪੀੜ੍ਹੀ ਦੇ, ਤੀਸਰੀ ਪੀੜ੍ਹੀ ਦੇ ਹੈਗੇ ਆ ਜਿਨ੍ਹਾਂ ਦਾ ਜਨਮ ਇੱਥੇ ਹੋਇਆ, ਤੇ ਬਹੁਤ ਵਾਰੀ ਉਹਨਾਂ ਨੂੰ ਸ਼ਾਇਦ ਲੱਗਦਾ ਹੋਊਗਾ ਕਿ ਅਸੀਂ ਅੰਗਰੇਜ਼ੀ ਬੋਲਦੇ ਹੈਗੇ ਤੇ ਅਸੀਂ ਇੱਥੇ ਬ੍ਰਿਟਿਸ਼ ਹੈਗੇ ਆ, ਇਸ ਕਰਕੇ ਉਹ ਆਪਣੇ ਆਪ ਨੂੰ ਸਮਝੋਗੇ ਨਹੀਂ ਕਿ ਅਸੀਂ ਪੰਜਾਬੀ ਦੇ ਨਾਲ ਜੁੜੇ ਹੋਏ ਹੈਗੇ ਆ, ਸ਼ਾਇਦ ਉਹ ਇਹੀ ਸੋਚੂਗੇ ਕਿ ਸਾਡੀ ਜਿਹੜੀ ਬੋਲੀ ਹੈਗੀ ਉਹ ਅੰਗਰੇਜ਼ੀ ਹੈਗੀ ਆ, ਫਿਰ ਉਹ ਕਨੈਕਸ਼ਨ ਹੈਗਾ। ਹਾਂ, ਅੱਛਾ, ਇਹ ਪ੍ਰੋਗਰਾਮ ਕਰਨ ਦਾ ਵੀ ਇਹੀ ਮਕਸਦ ਹੈ ਕਿ ਉਹ ਬੇਸ਼ੱਕ ਸੈਕੰਡ ਜਨਰੇਸ਼ਨ ਹੈ ਜਾਂ ਥਰਡ ਜਨਰੇਸ਼ਨ ਹੈ, ਤੇ ਉਹਦੇ ਵਿੱਚ ਤੇ ਦੇਖੋ ਨਾ, ਅਸੀਂ ਤੇ ਬ੍ਰਿਟਿਸ਼ ਤੇ ਅਸੀਂ ਬਹੁਤ ਬਾਅਦ ਚੋਂ ਆ ਕੇ ਇਹਨਾਂ ਮੁਲਕਾਂ 'ਚ ਬਣਦੇ ਹਾਂ, ਪਰ ਉਸ ਤੋਂ ਪਹਿਲੇ ਤੇ ਸਾਡੀਆਂ ਰੂਟਸ ਤੇ ਪੰਜਾਬੀ ਆ, ਔਰ ਅਸੀਂ ਈਵਨ ਕਿ ਇਹ ਪਾਕਿਸਤਾਨ ਇੰਡੀਆ ਦੇ ਸੈਪਰੇਟ ਹੋਣ ਤੋਂ ਵੀ ਪਹਿਲੇ 5000 ਸਾਲ ਪਹਿਲੇ ਦੇਖੋ, ਪਹਿਲੇ ਤੇ ਪੰਜਾਬ ਸੀ, ਪੰਜਾਬੀ ਸੀ, ਔਰ ਅਗਰ ਦੇਖਿਆ ਜਾਏ ਤੇ ਹੜੱਪਾ ਤਹਿਜ਼ੀਬ ਜਿਹੜੀ ਹੈ, ਉਹ ਵਸੇਬ ਜਿਹੜਾ ਹੈ, ਉਹਨੂੰ ਅਗਰ ਸੋਚੀਏ ਤੇ ਇਹ ਜਿਹੜੇ ਇੱਥੇ ਕਹਿੰਦੇ ਆ ਕਿ ਅਸੀਂ ਬ੍ਰਿਟਿਸ਼ਰ ਆ, ਤੇ ਇਹ ਆਪਣੇ ਰੂਟਸ ਤੋਂ ਨਹੀਂ ਕੱਟੇ ਹੁੰਦੇ? ਕੀ ਖਿਆਲ ਹੈ ਤੁਹਾਡਾ? ਹਾਂਜੀ, ਵੈਸੇ ਤਾਂ ਜੋ ਮੈਂ ਦੱਸਦੀ ਪਈ ਹੈਗੀ ਆ ਉਹ ਬਦਲ ਰਿਹਾ ਹੈਗਾ, ਕਿਉਂਕਿ ਮੈਂ ਆਪਣਾ ਰਿਸਰਚ ਕੁਝ ਸਾਲ ਪਹਿਲੇ ਕੀਤਾ ਸੀਗਾ, ਤੇ ਇਹਦੀ ਜਿਹੜੀ ਹੈਗੀ ਆ ਸੋਚ, ਇਹ ਦੂਸਰੀ ਤੀਸਰੀ ਪੀੜ੍ਹੀ ਦੇ ਜਿਹੜੇ ਇੱਥੇ ਹੈਗੇ ਆ ਜਨਰੇਸ਼ਨ ਦੇ ਬੱਚੇ, ਉਹ ਸਮਝ ਰਹੇ ਹੈਗੇ ਆ ਕਿ ਅਸੀਂ ਇੱਥੇ ਜ਼ਰੂਰ ਸਾਡਾ ਜਨਮ ਇੱਥੇ ਹੋਇਆ, ਸ਼ਾਇਦ ਅਸੀਂ ਅੰਗਰੇਜ਼ੀ ਬੋਲਦੇ, ਅਸੀਂ ਸਾਰੇ ਇੱਥੇ ਦੇ ਤਰੀਕੇ ਜਾਣਦੇ, ਲੇਕਿਨ ਸਾਨੂੰ ਇੱਥੇ ਪੂਰੀ ਜਿਹੜੀ ਐਕਸੈਪਟੈਂਸ ਹੈਗੀ ਸਾਨੂੰ ਮਿਲਦੀ ਹੈਗੀ ਜਾਂ ਨਹੀਂ, ਤੇ ਉਹ ਪੁੱਛਦੇ ਪਏ ਹੈਗੇ ਅੱਜ ਕੱਲ ਇਹ ਸਵਾਲ, ਤੇ ਇਹ ਵੀ ਉਹ ਪੁੱਛਦੇ ਪਏ ਕਿ ਸਾਨੂੰ ਇਹ ਜਿਹੜੀ ਸ਼ਰਮ ਆਉਂਦੀ ਹੈ ਆਪਣੀ ਬੋਲੀ ਤੋਂ, ਆਪਣੀ ਕਲਚਰ ਤੋਂ, ਇਹ ਕਿੱਥੋਂ ਆਈ ਹੈਗੀ ਆ, ਤੇ ਇਹ ਜਿਹੜਾ ਕਲੋਨੀਅਲਿਜ਼ਮ ਦੇ ਵਿੱਚ ਸੀਗਾ ਤੇ ਅੱਜ ਜਿਹੜਾ ਬ੍ਰਿਟੇਨ ਦੇ ਵਿੱਚ ਰਹਿ ਕੇ ਇੱਥੇ ਹੈਗਾ ਆ, ਇਹ ਰੇਸਿਜ਼ਮ ਕਰਕੇ ਸਾਨੂੰ ਏਦਾਂ ਲੱਗਦਾ ਕਿ ਅਸੀਂ ਸਾਡੀ ਬੋਲੀ ਇਨਫੀਰੀਅਰ ਹੈਗੀ ਆ, ਤੇ ਅੱਜ ਕੱਲ ਮੈਨੂੰ ਲੱਗਦਾ ਕਿ ਬੱਚੇ ਇਹ ਸਵਾਲ ਪੁੱਛ ਰਹੇ ਹੈਗੇ ਔਰ ਸੋਚਦੇ ਪਏ ਕਿ ਅਸੀਂ ਸਾਡਾ ਕੀ
ਅਸੀਂ ਗਵਾਉਂਦੇ ਹੈਗੇ ਆ ਇਹ ਸੋਚ ਕੇ ਕਿ ਇਹ ਅੰਗਰੇਜ਼ੀ ਸਾਨੂੰ ਸਿੱਖਣੀ ਚਾਹੀਦੀ ਔਰ ਜੋ ਸਾਨੂੰ ਸਾਡੇ ਪਰਿਵਾਰ ਤੋਂ ਮਿਲਿਆਗਾ ਉਹਨੂੰ ਅਸੀਂ ਛੱਡ ਦਈਏ। ਅੱਛਾ, ਮਤਲਬ ਇਹ ਸਵਾਲ ਜਿਹੜਾ ਵੈ ਉਹ ਇਸ ਪੀੜ੍ਹੀ ਦੇ ਵਿੱਚ ਆਣਾ ਸ਼ੁਰੂ ਹੋ ਗਿਆ ਹੈ ਤੇ ਇਹ ਤੇ ਅਵੇਅਰਨੈਸ ਦੀ ਗੱਲ ਹੈ ਨਾ ਕਿ ਉਹਨਾਂ ਨੂੰ ਆਗਾਹੀ ਹੋਣੀ ਸ਼ੁਰੂ ਹੋ ਗਈ ਹੈ, ਉਹਨਾਂ ਨੂੰ ਇੱਕ ਸੂਝਣਾ ਸ਼ੁਰੂ ਹੋ ਗਿਆ ਕਿ ਉਹ ਸੋਚਦੇ ਪਿਆ ਕਿ ਅਸੀਂ ਇਸ ਕੰਟਰੀ 'ਚ ਵੀ ਹਾਂ ਤੇ ਜ਼ਾਹਿਰ ਹੈ ਅੰਗਰੇਜ਼ੀ ਵੀ ਸਿੱਖਣ, ਅੰਗਰੇਜ਼ੀ ਬੋਲਣ ਵੀ, ਕਿਉਂਕਿ ਇੱਕ ਮੀਡੀਅਮ ਹੈ ਨਾ, ਪਰ ਜਿਹੜੀ ਸਾਡੀ ਆਪਣੀ ਮਾਂ ਬੋਲੀ ਹੈ, ਜਿਹੜਾ ਸਾਡੀ ਆਪਣੀ ਅਸਲ ਹੈ, ਉਹ ਵੀ ਤੇ ਸਾਨੂੰ ਸਮਝਣ ਦੀ ਜ਼ਰੂਰਤ ਹੈ ਨਾ। ਹੁਣ ਜਿਸ ਤਰ੍ਹਾਂ ਤੁਸੀਂ ਮੈਨੂੰ ਦੱਸੋ ਕਿ ਬਰਮਿੰਗਮ 'ਚ ਇਹ ਜਿਹੜਾ ਮਰਦਮਸ਼ੁਮਾਰੀ ਹੋਣੀ ਹੈ, ਇਹਦੇ ਵਿੱਚ ਹੁਣ ਜਿਹੜੀ ਲਹਿਰ ਚੱਲੀ ਹੈ ਕਿ ਇਹਦੇ ਵਿੱਚ ਲੋਕਾਂ ਨੂੰ ਸਮਝ ਹੈ ਕਿ ਉਹ ਆਪਣੀ ਮਾਂ ਬੋਲੀ ਲਿਖਣ ਉਸ ਫਾਰਮ ਤੇ, ਜਿਹੜੀ 12 ਤੋਂ 17 ਸਫ਼ੇ ਤੱਕ ਦਾ ਉਹਦੇ ਵਿੱਚ ਹੈ, ਤੁਹਾਨੂੰ ਉਹ ਪੁੱਛਦੇ ਨੇ ਤੇ ਉਹਦੇ ਵਿੱਚ ਲੋਕਾਂ ਨੂੰ ਪਹਿਲੇ ਤੋਂ ਜ਼ਿਆਦਾ ਸਮਝੇ ਕਿ ਹਲੇ ਵੀ ਉਹ ਸੋਚਣ ਤੇ ਮਜਬੂਰ ਨੇ ਤੇ ਆਪਣੀ ਮਾਂ ਬੋਲੀ ਦੇ ਨਾਲ ਉਹ ਹਲੇ ਆਪਣੇ ਆਪ ਨੂੰ ਸਵਾਲ ਹੀ ਕਰਦੇ ਪਏ ਨੇ? I mean ਅੱਜ ਕੱਲ ਦਾ ਜਿਹੜਾ ਮਾਹੌਲ ਹੈਗਾ ਉਹ ਥੋੜਾ ਅਜੀਬ ਜਿਹਾ ਹੈਗਾ ਆ ਤੇ ਜੇ ਮਾਹੌਲ ਏਦਾਂ ਦਾ ਨਹੀਂ ਹੁੰਦਾ ਫਿਰ ਸ਼ਾਇਦ ਅਸੀਂ ਜਾ ਕੇ ਲੋਕਾਂ ਨੂੰ ਮਿਲ ਸਕਦੇ, ਗੱਲ ਕਰ ਸਕਦੇ ਤੇ ਪਤਾ ਲੱਗਦਾ ਕਿ ਕੀ ਲੋਕ ਸੋਚਦੇ ਪੈ ਗਏ ਆ। ਮੇਰੀ ਸੋਚ ਦੇ ਵਿੱਚ ਸ਼ਾਇਦ ਲੋਕਾਂ ਨੂੰ ਲੱਗੂਗਾ ਕਿ ਇਹ ਇੰਨਾ ਜ਼ਰੂਰੀ ਨਹੀਂ ਹੈਗਾ ਆ, ਇਸ ਕਰਕੇ ਹੋ ਸਕਦਾ, ਇਸ ਕਰਕੇ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਬਹੁਤ ਹੀ ਜ਼ਰੂਰੀ ਹੈਗਾ ਔਰ ਅੱਛਾ ਕਿ ਤੁਸੀਂ ਇਹ ਕਰ ਰਹੇ ਹੈਗੇ ਇਹਦੀ ਅਵੇਅਰਨੈਸ ਲੈ ਕੇ ਆਉਣ ਲਈ, ਕਿਉਂਕਿ ਲੋਕਾਂ ਨੂੰ ਸ਼ਾਇਦ ਬਿਨਾਂ ਸੋਚੇ ਉਹ ਟਿਕ ਕਰ ਲੋਗੇ ਜਾਂ ਅੰਗਰੇਜ਼ੀ ਜੇ ਉਹਨਾਂ ਨੂੰ ਆਉਂਦੀ ਹੈਗੀ ਆ, ਲੇਕਿਨ ਸਵਾਲ ਇਹ ਆਉਂਦਾ ਕਿ ਤੁਹਾਡੀ ਲੈਂਗੁਏਜ ਕੀ ਹੈਗੀ, ਫਿਰ ਉਸ ਤੋਂ ਬਾਅਦ ਪੁੱਛਦੇ ਕਿ ਤੁਸੀਂ ਅੰਗਰੇਜ਼ੀ ਦੇ ਵਿੱਚ ਫਲੂਐਂਟ ਹੈਗੇ ਤੇ ਤੁਸੀਂ ਲਿਖ ਸਕਦੇ ਕਿ ਤੁਹਾਡੀ ਮੇਨ ਲੈਂਗੁਏਜ ਪੰਜਾਬੀ, ਫਿਰ ਨਾਲ ਵੀ ਤੁਸੀਂ ਲਿਖ ਸਕਦੇ ਕਿ ਤੁਸੀਂ ਅੰਗਰੇਜ਼ੀ ਵਿੱਚ ਵੀ ਫਲੂਐਂਟ ਹੈਗੇ। ਇਹ ਨਹੀਂ ਹੈਗਾ ਕਿ ਤੁਸੀਂ ਜੇ ਫਲੂਐਂਟ ਹੈਗੇ ਇਹਦਾ ਮਤਲਬ ਉਹੀ ਤੁਹਾਡੀ ਮੇਨ ਲੈਂਗੁਏਜ ਹੋਗੀ, ਕਿਉਂਕਿ ਇਹ ਜਿਹੜੀ ਤੁਸੀਂ ਜੇ ਜ਼ਬਾਨ ਨੂੰ ਤੁਸੀਂ ਚੂਜ਼ ਕਰਦੇ ਹੈਗੇ, ਚੁਣਦੇ ਹੈਗੇ ਆ, ਉਹ ਆਈਡੈਂਟੀਫਿਕੇਸ਼ਨ ਵੀ ਹੁੰਦੀ ਹੈਗੀ ਆ, ਉਹ ਹੁੰਦੀ ਤੁਸੀਂ ਕਿ ਇਹ ਮੈਂ ਵੀ, ਮੇਰੀ ਪੰਜਾਬੀ ਇੰਨੀ ਵੀ ਖਾਸ ਨਹੀਂ ਹੈਗੀ, ਲੇਕਿਨ ਮੈਂ ਫਿਰ ਵੀ ਸੋਚ ਸਕਦੀ ਆ ਕਿ ਮੈਂ ਪੰਜਾਬੀ ਹੈਗੀ ਆ ਔਰ ਮੇਰੀ ਜ਼ਬਾਨ ਪੰਜਾਬੀ ਹੈਗੀ ਆ ਤੇ ਉਹਦੇ ਨਾਲ ਬਹੁਤ ਕੁਝ ਆਉਂਦਾ ਹੈਗਾ, ਕਲਚਰ ਆਉਂਦਾ, ਉਹਦੀ ਹਿਸਟਰੀ ਆਉਂਦੀ ਹੈਗੀ ਔਰ ਤੁਸੀਂ ਇਹ ਸਟੇਟਮੈਂਟ ਬਣਾ ਰਹੇ ਕਿ ਪੰਜਾਬੀ ਖਾਸ ਹੈਗੀ ਆ ਮੇਰੇ ਲਈ, ਮੇਰੀ ਲਾਈਫ ਦੇ ਵਿੱਚ, ਔਰ ਉਹ ਖਤਮ ਨਹੀਂ ਹੋਏਗੀ। ਤੇ ਉਹਦੇ ਨਾਲ ਜੇ ਲੋਕ ਏਦਾਂ ਸਮਝੂਗੇ, ਉਹਦੇ ਨਾਲ ਇਹ ਸਿੰਬੋਲਿਕ ਵੀ ਸਟੇਟਮੈਂਟ ਹੁੰਦੀ ਹੈ ਲੇਕਿਨ ਨਾਲ ਪ੍ਰੈਕਟੀਕਲ ਵੀ ਉਹਦਾ ਬਹੁਤ ਕੁਝ ਹੁੰਦਾ ਹੈਗਾ ਕਿ 20 ਸਾਲ ਪਹਿਲੇ ਜਿਹੜੀ ਪੰਜਾਬੀ ਸੀਗੀ ਉਹ ਸੈਕੰਡ ਮੋਸਟ ਸਪੋਕਨ ਲੈਂਗੁਏਜ ਸੀਗੀ ਯੂਕੇ ਦੇ ਵਿੱਚ, ਫਿਰ 10 ਸਾਲ ਬਾਅਦ ਜਿਹੜਾ 10 ਸਾਲ ਪਹਿਲੇ ਹੋਇਆ ਸੀਗਾ ਸੈਂਸਸ 2011 ਵਿੱਚ, ਉਹ ਤੀਸਰੇ ਨੰਬਰ ਤੇ ਆਈ ਸੀ ਪੋਲਿਸ਼ ਤੋਂ ਬਾਅਦ, ਤੇ ਜਿਹਨਾਂ 300,000 ਲੋਕਾਂ ਨੇ ਲਿਖਿਆ ਕਿ ਉਹ ਪੰਜਾਬੀ ਨਾਲ ਉਹਨਾਂ ਦੀ ਸਾਂਝ ਹੈਗੀ ਹੈ, ਲੇਕਿਨ ਸੱਚ ਤਾਂ ਇਹ ਹੈਗਾ ਕਿ 5 ਗੁਣਾ ਜ਼ਿਆਦਾ ਲੋਕ ਹੈਗੇ ਜਿਹੜੇ ਪੰਜਾਬੀ ਬੋਲਦੇ, ਜਿਹੜੇ ਪੰਜਾਬੀ ਦੇ ਨਾਲ ਜੁੜੇ ਹੋਏ ਹੈਗੇ ਆ, ਤੇ ਜੇ ਉਹ ਸਾਰੇ ਲਿਖਣਗੇ ਫਿਰ ਸਾਨੂੰ ਜਿਹੜੀ ਰੀਅਲ ਪਿਕਚਰ ਹੈਗੀ ਉਹੀ ਆਊਗੀ ਬਾਹਰ। ਤੇ ਉਹਦੇ ਨਾਲ ਇੱਕ ਤਾਂ ਮੈਂ ਇਹੀ ਐਗਜ਼ਾਮਪਲ ਦਊਗੀ ਕਿ ਸਕੂਲਾਂ ਦੇ ਵਿੱਚ ਪੰਜਾਬੀ ਜਿਹੜੀ ਪਹਿਲੇ ਜ਼ਿਆਦਾ ਪੜ੍ਹਾਉਂਦੇ ਸੀਗੇ ਤੇ ਉਹ ਕਾਫੀ ਹੁਣ ਘਟ ਗਿਆ ਕਿ ਜਿੰਨੇ ਉਹ ਸਕੂਲਾਂ ਦੇ ਵਿੱਚ ਪੰਜਾਬੀ ਟੀਚਰ, GCSE ਕਰਨਾ, A ਲੈਵਲ ਕਰਨਾ, ਤੇ ਇਹ ਚੀਜ਼ਾਂ ਦੇ ਵਿੱਚ ਜਿਹੜੀ ਗਵਰਨਮੈਂਟ ਹੈਗੀ ਉਹਨਾਂ ਨੂੰ ਪੈਸੇ ਪਾਣੇ ਪਊਗੇ ਜੇ ਪਤਾ ਲੱਗਦਾ ਕਿ ਇੰਨੇ ਸਾਰੇ ਹੈਗੇ ਜਿਹੜੇ ਪੰਜਾਬੀ ਦੇ ਨਾਲ ਜੁੜੇ ਹੋਏ ਹੈਗੇ ਆ, ਤੇ ਹੋਰ ਵੀ ਬਹੁਤ ਕੁਝ ਰਿਸੋਰਸਿਸ ਦੇ ਮੁਤਾਬਕ ਉਹਦਾ ਅਸਰ ਹੁੰਦਾ ਹੈਗਾ ਆ। ਸਾਡਾ ਜਿਹੜਾ ਮਕਸਦ ਹੈ ਨਾ ਇਹ ਪ੍ਰੋਗਰਾਮ ਕਰਨ ਦਾ ਵੀ ਉਹ ਇਹੀ ਹੈ ਕਿ ਇੰਜ ਮੈਨੂੰ ਲੱਗਦਾ ਕਿ ਕਿਉਂਕਿ ਅਸੀਂ ਇਹਦੇ ਉੱਤੇ ਗੱਲਬਾਤ ਕਰਨੀ ਛੱਡ ਦਿੱਤੀ ਤੇ ਇੰਜ ਹੋਇਆ ਕਿ ਔਰ ਪੋਲਿਸ਼ ਲੋਕਾਂ ਨੇ ਆਪਣੀ ਗੱਲ ਕਰਨ ਵਾਸਤੇ ਹਰ ਜਗ੍ਹਾ ਤੇ ਲਿਖਿਆ ਕਿ ਸਾਡੀ ਮਦਰ ਟੰਗ ਜਿਹੜੀ ਹੈ ਉਹ ਪੋਲਿਸ਼ ਹੈ, ਤੇ ਫਿਰ ਉਹਨਾਂ ਦੀ ਜਿੰਨੀ ਤਾਦਾਦ ਸੀ, ਹਾਲਾਂਕਿ ਆਪਣੇ ਪੰਜਾਬੀ ਲੋਕ ਤੇ ਬਹੁਤ ਸਾਰੇ ਆ ਥੇ, ਔਰ ਉਹ ਉਹਨਾਂ ਨੇ ਜਦੋਂ
ਕਾਗਜ਼ ਤੇ ਉਸ ਫਾਰਮ ਤੇ ਜਿਹਦਾ ਨੰਬਰ 12 ਤੋਂ 17 ਮੈਂ ਫੇਰ ਤੁਹਾਨੂੰ ਦੱਸ ਰਹੀ ਪਈ ਹਾਂ, ਜਿੰਨੇ ਵੀ ਇੱਥੇ ਯੂਕੇ 'ਚ ਜਿੰਨੇ ਸ਼ਹਿਰਾਂ 'ਚ ਮੈਨੂੰ ਦੇਖ ਰਹੇ ਪਏ ਆ ਕਿ ਉਸ ਫਾਰਮ ਦੇ ਉੱਤੇ 12 ਪੇਜ 12 ਤੋਂ ਲੈ ਕੇ 17 ਤੱਕ ਦਾ ਜਿਹੜਾ ਸਫੇ ਨੇ ਉਹ ਬੜੇ ਅਹਿਮ ਨੇ। ਉਹਦੇ ਵਿੱਚ ਤੁਸੀਂ ਲਿਖਣਾ ਹੈ ਤੇ ਉਹਦੇ ਵਿੱਚ ਇਹਦੇ 'ਚ ਕੋਈ ਗੱਲ ਨਹੀਂ ਹੈ ਕਿਉਂਕਿ ਇੱਥੇ ਮੀਡੀਅਮ ਇੰਗਲਿਸ਼ ਹੈ, ਅਸੀਂ ਸਾਰੇ ਜਾਣਦੇ ਹਾਂ, ਪੜ੍ਹਾਉਂਦੇ ਵੀ ਹਾਂ, ਪੜ੍ਹਦੇ ਵੀ ਹਾਂ, ਬੱਚੇ ਵੀ ਜਾਂਦੇ ਆ, ਪਰ ਘਰਾਂ ਦੇ ਵਿੱਚ ਤੇ ਸਾਡੀ ਜਿਹੜੀ ਆਪਣੀ ਜਿਹੜੀ ਮਦਰ ਟੰਗ ਹੈ ਉਹ ਤੇ ਜਿਹੜੇ ਪੰਜਾਬੀ ਜਿੰਨੇ ਵੀ ਉਹਨਾਂ ਦੀ ਪੰਜਾਬੀ ਆ ਨਾ, ਤੇ ਇਹ ਜਿਹੜਾ ਇਹ ਰਿਅਲਾਈਜੇਸ਼ਨ ਜਿਹੜੀ ਨਾ ਹੋਣ ਦੀ ਤੁਸੀਂ ਕੀ ਸਮਝਦੇ ਹੋ, ਕੀ ਵਜ੍ਹਾ ਹੈ? ਜੋ ਮੈਂ ਪਹਿਲੇ ਕਹਿ ਰਹੀ ਸੀਗੀ ਕਿ ਜੇ ਤੁਹਾਡਾ ਇੱਥੇ ਜਨਮ ਹੋਇਆ ਯੂਕੇ ਦੇ ਵਿੱਚ ਤੇ ਤੁਹਾਡੀ ਐਜੂਕੇਸ਼ਨ ਵੀ ਇੱਥੇ ਹੋਈ ਤੇ ਤੁਹਾਨੂੰ ਸ਼ੁਰੂ ਤੋਂ ਇਹੀ ਮੈਸੇਜ ਮਿਲਿਆਗਾ ਕਿ ਜਿਹੜੀ ਤੁਹਾਡੀ ਬੋਲੀ ਹੈਗੀ ਉਹ ਇਰੈਲੇਵੈਂਟ ਹੈਗੀ ਆ, ਉਹਦਾ ਕੋਈ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਕੋਈ ਹਿੱਸਾ ਨਹੀਂ ਹੈਗਾ, ਇਹਦਾ ਕੋਈ ਕੰਮ ਨਹੀਂ ਹੈਗਾ, ਇਹ ਤੁਸੀਂ ਨਾ ਲਈ ਕੋਈ ਫਾਇਦਾ ਹੋ ਸਕਦਾ ਹੈਗਾ ਆ। ਤੇ ਬਹੁਤ ਸਾਰਿਆਂ ਨੂੰ ਸ਼ਾਇਦ ਇਹੀ ਲੱਗਦਾ ਕਿ ਇਹ ਜਿਹੜੀ ਪੰਜਾਬੀ ਇਹਦੀ ਸਾਨੂੰ ਕੀ ਲੋੜ ਹੈਗੀ ਹੈ, ਜ਼ਰੂਰਤ ਕਿਉਂ ਹੈਗੀ। ਤੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਜਿਹੜੇ ਹੈਗੇ ਬੱਚੇ ਉਹ ਪੰਜਾਬੀ ਸ਼ਾਇਦ ਘਰ 'ਚ ਬੋਲਦੇ ਹੋਗੇ, ਚਾਹੇ ਉਹਨਾਂ ਨੂੰ ਸਮਝ ਆਉਂਦੀ ਹੋਗੀ, ਸ਼ਾਇਦ ਬੋਲਦੇ ਨਹੀਂ ਹੈਗੇ, ਉਹਨਾਂ ਨੇ ਸ਼ਾਇਦ ਸਿੱਖੀ ਵੀ ਹੋਗੀ ਪੜ੍ਹਨੀ ਲਿਖਣੀ ਗੁਰਦੁਆਰੇ ਦੇ ਵਿੱਚ, ਲੇਕਿਨ ਫਿਰ ਉਹਨਾਂ ਨੂੰ ਅੱਗੇ ਜਾ ਕੇ ਲੱਗਦਾ ਕਿ ਇਹ ਸਾਨੂੰ ਇਹਦਾ ਕੋਈ ਫਾਇਦਾ ਨਹੀਂ ਹੈਗਾ ਤੇ ਉਹ ਸ਼ਾਇਦ ਭੁੱਲ ਜਾਂਦੇ ਹੈਗੇ ਆਪਣੀ ਉਹ ਰੋਜ਼ ਜਿਹੜੀ ਰੋਜ਼ ਦੀ ਜ਼ਿੰਦਗੀ ਹੈਗੀ ਆ ਉਹਦੇ ਵਿੱਚ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਨਾ ਬੋਲਣ ਲਈ। ਲੇਕਿਨ ਮੈਨੂੰ ਥੋੜਾ ਫਰਕ ਵੀ ਦਿਸਦਾ ਪਿਆ ਹੈਗਾ ਕਿ ਮੈਨੂੰ ਬਹੁਤ ਸਾਰੇ ਮੇਰੇ ਕੋਲ ਵੀ ਬੱਚੇ ਆ ਰਹੇ ਹੈਗੇ ਆ ਔਰ ਕਹਿ ਰਹੇ ਕਿ ਅਸੀਂ ਸਿੱਖਣਾ ਚਾਹੁੰਦੇ ਹੈਗੇ ਆ, ਅਸੀਂ ਪੰਜਾਬੀ ਪੜ੍ਹਨਾ ਲਿਖਣਾ ਵੀ ਸਿੱਖਣਾ ਚਾਹੁੰਦੇ ਹੈਗੇ ਆ, ਕਿਉਂਕਿ ਉਹਨਾਂ ਨੂੰ ਸਮਝ ਆ ਰਹੀ ਹੈ ਕਿ ਅਸੀਂ ਕੀ ਗਵਾਉਂਦੇ ਪਏ ਹੈਗੇ, ਇਹਦੇ ਵਿੱਚ ਸਾਡਾ ਕੀ ਨੁਕਸਾਨ ਹੈਗਾ ਆ, ਸਾਡੀ ਤਾਂ ਪੂਰੀ ਜਿਹੜੀ ਇਤਿਹਾਸ ਹੈਗੀ ਉਹ ਉਹਦੇ ਨਾਲ ਗਾਇਬ ਹੋ ਜਾਂਦੀ ਆ ਬੋਲੀ ਦੇ ਨਾਲ, ਕਰਕੇ ਕੁਝ ਬਦਲਦਾ ਪਿਆ। ਇਸ ਕਰਕੇ ਇਹ ਇੱਕ ਅੱਧਾ ਦਾ ਇੱਕ ਵਕਤ ਹੈਗਾ ਕਿ ਅਸੀਂ ਉਹਦੇ ਇੱਕ ਅਸੀਂ ਕੁਝ ਕਰ ਸਕਦੇ ਹੈਗੇ ਆ। ਅੱਛਾ, ਤੇ ਇਹ 'ਚ ਕੀ ਖਿਆਲ ਹੈ ਤੁਹਾਡਾ ਅੱਜ ਦੀ ਪੀੜ੍ਹੀ ਹੁੰਦਿਆਂ, ਇੱਕ ਰਿਸਰਚਰ ਹੁੰਦਿਆਂ, ਤੇ ਕੀ ਇਹਦੇ ਵਿੱਚ ਸਾਡੇ ਵੱਡਕਿਆਂ ਦਾ ਜਾਂ ਸਾਡਾ ਜਿਹੜੇ ਆਪਣੇ ਬੱਚਿਆਂ ਨੂੰ ਦੱਸਦੇ ਨਹੀਂ ਹੈ ਕਿ ਤੁਹਾਡੇ ਘਰ 'ਚ ਪੰਜਾਬੀ ਬੋਲਦੇ ਆ, ਬਹੁਤ ਸਾਰੇ ਪਾਕਿਸਤਾਨੀ ਪੰਜਾਬੀ ਲੋਕ ਆਪਣੇ ਘਰਾਂ 'ਚ ਪੰਜਾਬੀ ਬੋਲਦੇ ਆ ਬੱਚਿਆਂ ਨਾਲ, ਆਪਣੇ ਜਿੰਨੇ ਵੀ ਸਰਦਾਰ ਮਿੱਤਰ ਨੇ ਉਹਨਾਂ ਦੇ ਘਰਾਂ 'ਚ ਬਹੁਤਾ ਬੋਲੀ ਜਾਂਦੀ ਹੈਗੀ ਹੈ ਪੰਜਾਬੀ, ਤੇ ਕੀ ਇਹ ਵੱਡਿਆਂ ਦਾ ਕਸੂਰ ਨਹੀਂ ਹੋ ਜਾਂਦਾ, ਮਾਵਾਂ ਦਾ ਕਸੂਰ ਨਹੀਂ ਹੋ ਜਾਂਦਾ ਕਿ ਉਹ ਦੱਸਦੀਆਂ ਨਹੀਂ ਹੈ? ਸਾਡੀ ਜਿਹੜੀ ਜੈਂਡਰ ਹੈ, ਮਤਲਬ ਫੀਮੇਲ ਜੈਂਡਰ, ਉਹ ਮਾਂ ਹੈ ਘਰ ਦੇ ਵਿੱਚ, ਮਾਂ ਬੋਲੀ ਹੈ ਨਾ, ਤੇ ਕੀ ਤੁਸੀਂ ਸਮਝਦੇ ਹੋ ਕਿ ਇਹਦੇ ਵਿੱਚ ਤੁਹਾਡਾ ਕੀ ਖਿਆਲ ਹੈ? ਕਿ ਥੋੜਾ ਜਿਹਾ ਮੈਂ ਐਨਾਲਿਸਿਸ ਕਰਨਾ ਚਾਹੁੰਦੀ ਹਾਂ ਤੁਹਾਡੇ ਵਿਊਜ਼ ਦੇ ਥਰੂ ਕਿ ਕਿਹਦਾ ਬਹੁਤਾ ਇਹਦੇ 'ਚ ਹਿੱਸਾ ਹੈਗਾ, ਕਿ ਜਿਹੜੇ ਬਾਲਾਂ ਦਾ ਤੇ ਨਹੀਂ ਕਸੂਰ ਨਾ, ਬਾਲਾਂ ਨੂੰ ਤੇ ਜੋ ਦੱਸਿਆ ਗਿਆ ਫਿਰ ਉਹ ਐਡਲਟ ਹੋਣ ਤੋਂ ਪਹਿਲੇ ਤੇ ਕਸੂਰ ਜਿਹੜਾ ਉਹ ਕਿਹਦਾ ਬਣਦਾ ਹੈ? ਹਾਂਜੀ, ਕਹਿ ਤਾਂ ਨਹੀਂ ਸਕਦੇ ਕਿ ਕਿਹਦਾ ਕਸੂਰ ਹੈਗਾ ਆ, ਲੇਕਿਨ ਮੈਂ ਕਹੂੰਗੀ ਕਿ ਅਸੀਂ ਮਾਂ ਨੂੰ ਹਮੇਸ਼ਾ ਕਿਉਂ ਅਸੀਂ ਦੋਸ਼ ਦਿੰਦੇ ਹੈਗੇ ਆ, ਅਸੀਂ ਮਾਂ ਨੂੰ ਨਾ ਦੋਸ਼ ਦਈਏ, ਕਿਉਂਕਿ ਅਸੀਂ ਮਾਂ ਤੇ ਪਿਓ ਦੋਵੇਂ ਪਾ ਦਿੰਦੇ ਹਾਂ। ਕਦੀ ਕਦੀ ਏਦਾਂ ਹੁੰਦਾ ਹੈਗਾ ਕਈ ਪਰਿਵਾਰਾਂ ਦੇ ਵਿੱਚ ਕਿ ਸ਼ਾਇਦ ਤੁਹਾਨੂੰ ਖਾਸ ਜੇ ਤੁਸੀਂ ਅੰਗਰੇਜ਼ੀ ਜਾਣਦੇ ਆ, ਫਿਰ ਤੁਹਾਨੂੰ ਲੱਗਦਾ ਹੋਊਗਾ ਕਿ ਕੋਈ ਨਹੀਂ ਅਸੀਂ ਅੰਗਰੇਜ਼ੀ ਬੋਲ ਲੈਂਦੇ ਹੈਗੇ ਆ ਤੇ ਅਸੀਂ ਫਿਰ ਆਸਾਨ ਹੋ ਜਾਂਦਾ ਕਿ ਬੱਚਿਆਂ ਨਾਲ ਅਸੀਂ ਅੰਗਰੇਜ਼ੀ ਬੋਲੀਏ। ਮੈਨੂੰ ਲੱਗਦਾ ਜਿੰਨੀ ਵੀ ਮੈਂ ਸਿੱਖੀ ਹੈ ਕਿ ਮੈਂ ਇਸ ਕਰਕੇ ਸ਼ਾਇਦ ਸਿੱਖੀ ਜ਼ਿਆਦਾ ਕਿਉਂਕਿ ਮੇਰੀ ਨਾਨੀ ਨਾਲ ਸੀਗੇ, ਉਹਨਾਂ ਦਾ ਪਿਛਲੇ ਸਾਲ ਹੀ ਹੋਇਆ ਡੈਥ, ਲੇਕਿਨ ਅਸੀਂ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਨਹੀਂ ਸੀਗੀ, ਇਸ ਕਰਕੇ ਸਾਨੂੰ ਪੰਜਾਬੀ ਬੋਲਣੀ ਪੈਂਦੀ ਸੀ ਉਹਨਾਂ ਦੇ ਨਾਲ। ਤੇ ਲੇਕਿਨ ਵੈਸੇ ਤਾਂ ਡੈਡੀ ਨਾਲ ਵੀ ਪੰਜਾਬੀ ਬੋਲਦੇ ਹੈਗੇ। ਮੈਨੂੰ ਲੱਗਦਾ ਜੇ ਤੁਸੀਂ ਘਰ ਦੇ ਵਿੱਚ ਪੰਜਾਬੀ ਬੋਲੋ ਫਿਰ ਬੱਚਿਆਂ ਨੂੰ ਪਤਾ ਲੱਗੂਗਾ। ਮੇਰੇ ਜਿਹੜੇ ਹਸਬੈਂਡ ਹੈਗੇ ਔਰ ਮੈਂ, ਸਾਡਾ ਬੇਬੀ ਹੋਇਆ 5 ਮਹੀਨੇ ਦਾ ਹੈਗਾ ਆ, ਤੇ ਜਿਹੜੇ ਮੇਰੇ ਹਸਬੈਂਡ ਉਹ ਤਾਂ ਕਾਫੀ ਉਹਦੇ ਬਾਰੇ ਉਹਨਾਂ ਨੂੰ ਲੱਗਦਾ ਹੈਗਾ ਕਿ ਅਸੀਂ ਇਹਦੇ ਨਾਲ ਸਿਰਫ ਪੰਜਾਬੀ ਬੋਲੂਗੇ।
ਮੈਂ ਹੈਗੀ ਆ ਜਿਹੜੀ ਕਦੀ-ਕਦੀ ਹੁਣ ਤਾਂ ਹਜੇ ਛੋਟਾ ਹੀ ਹੈਗਾ ਲੇਕਿਨ ਮੈਂ ਅੰਗਰੇਜ਼ੀ ਦੇ ਵਿੱਚ ਕਦੀ-ਕਦੀ ਬੋਲ ਲੈਂਦੀ ਹੈਗੀ ਆ ਤੇ ਔਖਾ ਵੀ ਹੈਗਾ ਕਿ ਤੁਸੀਂ ਇਹ ਯਾਦ ਰੱਖੋ ਲੇਕਿਨ ਇਹ ਸੋਚਣਾ ਚਾਹੀਦਾ ਕਿ ਬਾਹਰਲੀ ਦੁਨੀਆ ਦੇ ਵਿੱਚ ਤਾਂ ਜਾ ਕੇ ਅੰਗਰੇਜ਼ੀ ਤਾਂ ਆ ਜਾਊਗੀ ਉਹ ਤਾਂ ਬੋਲਣ ਦਾ ਬਹੁਤ ਮੌਕਾ ਮਿਲੂਗਾ ਸਮਝਣ ਦਾ ਪੜ੍ਹਨ ਦਾ ਤੇ ਫਿਰ ਘਰ ਦੇ ਵਿੱਚ ਅਸੀਂ ਏਦਾਂ ਦਾ ਮਾਹੌਲ ਬਣਾਈਏ ਕਿ ਉਹਨਾਂ ਨੂੰ ਪੰਜਾਬੀ ਬੋਲਣੀ ਸਿੱਖੇ ਉਹਨਾਂ ਨੂੰ ਸ਼ਰਮ ਨਾ ਆਏ ਬੋਲਣ ਦੇ ਵਿੱਚ ਉਹ ਉਹਨਾਂ ਨੂੰ ਇਹ ਨਾ ਲੱਗੇ ਕਿ ਇਹ ਕੋਈ ਬਾਹਰਲੀ ਕੋਈ ਹੈਗੀ ਆ ਬੋਲੀ ਤੇ ਅਸੀਂ ਲੇਕਿਨ ਫਿਰ ਵੀ ਮੈਂ ਕਹਿੰਦੀ ਕਿ ਅਸੀਂ ਦੋਸ਼ ਨਹੀਂ ਦੇ ਸਕਦੇ ਹੈਗੇ ਤੇ ਬਹੁਤ ਮੈਂ ਜੇ ਦੋਸ਼ ਦੇਣਾ ਹੈਗਾ ਮੈਂ ਤਾਂ ਦਊਗੀ ਇਹ ਮੁਲਕ ਨੂੰ ਜਿਹੜੇ ਗੋਰੇ ਹੈਗੇ ਆ ਜਿਹੜੇ ਆਪਣੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਇਹੀ ਸਾਰਿਆਂ ਨੂੰ ਦੱਸਿਆ ਗਿਆ ਕਿ ਇਹ ਸਾਡੀ ਜਿਹੜੀ ਜ਼ਬਾਨ ਬੋਲੀ ਹੈਗੀ ਉਹੀ ਹੈਗੀ ਆ ਜ਼ਰੂਰੀ ਔਰ ਬਾਕੀ ਸਾਰਾ ਕੁਝ ਨਹੀਂ ਉਹਦੀ ਅਹਿਮੀਅਤ ਨਹੀਂ ਹੈਗੀ ਆ ਬਹੁਤ ਇੰਟਰਸਟਿੰਗ। ਅੱਛਾ, ਤੁਸੀਂ ਦੋਸ਼ ਗੋਰਿਆਂ ਨੂੰ ਦੇਣਾ ਚਾਹੁੰਦੇ ਹੋ ਤੇ ਗੋਰਾ ਤੇ ਜਾ ਕੇ ਉੱਥੇ ਇੰਨੇ ਸਾਲ ਜਿਹੜਾ ਵੈ ਉਹ ਆਪਣੇ ਜਦੋਂ ਬਰੇ ਸਗੀਰ ਚ ਵੀ ਈਸਟ ਇੰਡੀਆ ਕੰਪਨੀ ਲੈ ਕੇ ਗਿਆ ਤੇ ਉੱਥੇ ਵੀ ਹਕੂਮਤਾਂ ਕਰਦਾ ਰਿਹਾ ਤੇ ਅਸੀਂ ਆਪ ਜਿਹੜੇ ਆਪ ਪੰਜਾਬੀ ਲੋਕ ਜਿਹੜੇ ਆ ਕਿ ਅਸੀਂ ਨਹੀਂ ਹੈ ਸਮਝ ਸਕਦੇ ਕਿ ਅਗਰ ਅਸੀਂ ਹਿਸਟਰੀ ਵੀ ਦੇਖੀਏ ਤੇ ਹਿਸਟਰੀ ਨੂੰ ਵੀ ਦੇਖ ਕੇ ਵੀ ਅਸੀਂ ਕੁਝ ਖੁਦ ਨਹੀਂ ਸਿੱਖ ਸਕਦੇ। ਦੋਸ਼ ਦੂਜੇ ਨੂੰ ਦੇਣਾ ਕੀ ਖਿਆਲ ਹੈ ਆਸਾਨ ਹੈ ਕਿ ਅਸੀਂ ਪਹਿਲੇ ਆਪਣਾ ਉਹ ਕਹਿੰਦੇ ਆ ਨਾ ਕਿ ਆਪਣੇ ਆਪ ਨੂੰ ਅਸੀਂ ਤੱਕੀਏ ਸਾਨੂੰ ਤੇ ਨਹੀਂ ਨਾ ਕਿਸੇ ਨੇ ਕਿਹਾ। ਕੀ ਖਿਆਲ ਹੈ ਤੁਹਾਡਾ? ਹਾਂਜੀ ਤੁਸੀਂ ਸਹੀ ਕਹਿ ਰਹੇ ਕਿ ਅਸੀਂ ਜਿਹੜੀ ਇਤਿਹਾਸ ਨੂੰ ਦੇਖ ਸਕਦੇ ਹੈਗੇ ਔਰ ਅਸੀਂ ਇਹ ਵੀ ਸਮਝ ਸਕਦੇ ਕਿ ਜੇ ਸਾਨੂੰ ਕੋਈ ਨੀਵਾ ਦਿਖਾਉਂਦਾ ਹੈਗਾ ਜਾਂ ਸਾਨੂੰ ਬਣਾਉਂਦਾ ਹੈਗਾ ਕਿ ਅਸੀਂ ਉਹ ਸਾਨੂੰ ਸਾਫ਼ ਦਿਖੇ ਔਰ ਅਸੀਂ ਲੜੀਏ ਔਰ ਅਸੀਂ ਮਜ਼ਬੂਤ ਹੋਈਏ ਤੇ ਉਹ ਤਾਂ ਹੈ ਤੇ ਤੁਸੀਂ ਇਹ ਵੀ ਸਹੀ ਕਹਿ ਰਹੇ ਕਿ ਇਹ ਕੰਟੀਨਿਊਟੀ ਹੈਗੀ ਆ ਜੋ ਪਹਿਲੇ ਜਦੋਂ ਜੋ ਇੰਡੀਆ 'ਚ ਹੋਇਆ ਔਰ ਜੋ ਅੱਜ ਹੋ ਰਿਹਾ ਹੈਗਾ ਆ ਉਹਦੇ ਵਿੱਚ ਕੋਈ ਇੰਨਾ ਖਾਸ ਫਰਕ ਨਹੀਂ ਹੈਗਾ। ਇੱਥੇ ਮੈਂ ਜ਼ਰੂਰ ਇੱਕ ਗੱਲ ਕਰਾਂਗੀ ਇਹ ਇੰਜ ਹੀ ਹੈ ਨਾ ਕਿਉਂਕਿ ਇਹ ਗੱਲ ਨਾਲ ਗੱਲ ਨਿਕਲ ਆਈਏ ਕਿ ਤੁਸੀਂ ਦੇਖੋ ਹੁਣ ਜਿਹੜਾ ਦਿੱਲੀ ਵਿੱਚ ਹੋ ਰਿਹਾ ਹੈ ਆਪਣੇ ਸਾਡੇ ਜਿੰਨੇ ਵੀ ਕਿਸਾਨ ਸਾਡੇ ਭਰਾ ਵੱਡੇ ਮਿੱਤਰ ਬਜ਼ੁਰਗ ਸਾਰੇ ਜਿਹੜੇ ਬੈਠੇ ਨੇ ਇਹ ਇੱਕ ਪੂਰੀ ਦੁਨੀਆ ਤੇ ਲਹਿਰ ਬਣ ਗਈ ਹੈ ਕਿਸਾਨਾਂ ਦੀ ਲਹਿਰ। ਔਰ ਇੱਥੇ ਮੈਂ ਪਹਿਲੇ ਇਹ ਵੀ ਜ਼ਰੂਰ ਗੱਲ ਕਰਾਂਗੀ ਕਿ ਗਿੰਮੀ ਟੀਵੀ ਯੂਕੇ ਪੂਰੀ ਆਪਣੀ ਸਪੋਰਟ ਦਿੱਲੀ 'ਚ ਬੈਠੇ ਕਿਸਾਨਾਂ ਦੇ ਨਾਲ ਜੁੜਤ ਕਰਦੇ ਆ ਤੇ ਅਸੀਂ ਹਰ ਮੌਕੇ ਤੇ ਉਹਨਾਂ ਦੇ ਨਾਲ ਆ ਤੇ ਅਸੀਂ ਉਹਨਾਂ ਦੇ ਅੱਗੇ ਉਹਨਾਂ ਦੇ ਵਾਸਤੇ ਵੀ ਸ਼ੋਅ ਸਟਾਰਟ ਕਰਨ ਵਾਲੇ ਆ। ਤੇ ਤੁਸੀਂ ਦੇਖੋ ਕਵਿਤਾ ਕਿ ਇਹ ਉਸ ਲਹਿਰ ਨੂੰ ਕੋਈ ਰੋਕ ਨਹੀਂ ਸਕਿਆ। ਇਹ ਸੀ ਨਾ ਉੱਥੇ ਵੀ ਦੇਖੋ ਮੋਦੀ ਸਰਕਾਰ ਦਾ ਜਿੱਥੇ ਵੀ ਇਹ ਪੂਰੀ ਦੁਨੀਆ 'ਚ ਹੈ ਮੁਖਤਲਿਫ ਮੁਲਕਾਂ ਦੇ ਵਿੱਚ ਜਿਹੜੀ ਐਸਟੈਬਲਿਸ਼ਮੈਂਟ ਹੁੰਦੀ ਆ ਉਹ ਆਪਣੇ ਉਹ ਤਾਕਤਵਰ ਹੁੰਦੀ ਹੈ ਉਹ ਮਾੜੇ ਨੂੰ ਦਬਾਉਂਦੀ ਹੈ। ਇਹ ਪੂਰਾ ਕੋਈ ਦੁਨੀਆ ਦਾ ਕਾਨੂੰਨ ਬਣ ਗਿਆ ਹੋਇਆ। ਲੇਕਿਨ ਜਦੋਂ ਹੁਣ ਤੁਸੀਂ ਦੇਖੋ ਕਿ ਉਹ 3 ਕਾਨੂੰਨ ਤੇ ਪਾਸ ਕਰ ਲਏ ਉਹ ਹੁਣ ਉਹ ਸਰਕਾਰ ਆਪ ਉਸ ਕਾਨੂੰਨਾਂ ਦੇ ਵਿੱਚ ਫਸ ਗਈ ਹੈ। ਹੁਣ ਆਪਣੇ ਕਿਸਾਨ ਅੱਗੇ ਨੇ ਤੇ ਕੁਰਸੀ ਵਾਲੇ ਉਹਨਾਂ ਦੇ ਪਿੱਛੇ ਆ ਤੇ ਜੇ ਆਪਣੇ ਕਿਸਾਨਾਂ ਨੇ ਜਿਹੜੀ ਦਿੱਲੀ ਦੇ ਵਿੱਚ ਹੁਣ ਜਿਸ ਤਰ੍ਹਾਂ ਪੂਰੀ ਦੁਨੀਆ ਦੇ ਉੱਤੇ ਜਿੱਥੇ ਜਿੱਥੇ ਪੰਜਾਬੀ ਆ ਉਹ ਜਾਗ ਗਏ ਨੇ ਤੇ ਇਸੇ ਤਰ੍ਹਾਂ ਕੀ ਸਾਸੀ ਇੱਥੇ ਇੰਗਲੈਂਡ 'ਚ ਬੈਠੇ ਹੋਏ ਪੰਜਾਬੀ ਜਿਹੜੀਆਂ ਅਸੀਂ ਆਪਣੀਆਂ ਨਸਲਾਂ ਨੂੰ ਭਲਾ ਨਹੀਂ ਜਗਾ ਸਕਦੇ। ਹਾਂਜੀ ਨਹੀਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਕਿ ਸਾਨੂੰ ਇਹ ਜੋ ਹੋ ਰਿਹਾ ਹੈਗਾ ਦਿੱਲੀ ਦੇ ਵਿੱਚ ਸਾਨੂੰ ਉਹਦੀ ਇੰਸਪੀਰੇਸ਼ਨ ਮਿਲ ਸਕਦੀ ਹੈਗੀ ਕਿ ਜਦੋਂ ਲੋਕ ਇਕੱਠੇ ਹੁੰਦੇ ਹੈਗੇ ਜਦੋਂ ਉਹ ਉੱਠਦੇ ਹੈਗੇ ਆ ਫਿਰ ਕਾਫੀ ਧਰਤੀ ਹਿਲ ਜਾਂਦੀ ਹੈਗੀ ਆ ਬਹੁਤ ਕੁਝ। ਤੁਸੀਂ ਸਹੀ ਕਹਿ ਰਹੇ ਕਿ ਉਹ ਪਛਤਾਰੇ ਹੋ ਗਏ ਉਹਨਾਂ ਨੇ ਕਦੀ ਸੋਚਿਆ ਨਹੀਂ ਹੋਗਾ ਕਿ ਏਦਾਂ ਦੇ ਰਿਸਪੌਂਸ ਉਹਨਾਂ ਨੂੰ ਮਿਲੂਗੀ ਤੇ ਕੋਈ ਹਿਲਦਾ ਵੀ ਨਹੀਂ ਪਿਆਗਾ ਕਿ ਅਸੀਂ ਇੱਥੇ ਟਿਕੇ ਰਹਿਣਾ ਹੈਗਾ ਔਰ ਅਸੀਂ ਲੜਨਾ ਹੈਗਾ ਤੇ ਫਿਰ ਸਾਨੂੰ ਤਾਂ ਕੋਈ ਵੀ ਅਸੀਂ ਚੀਜ਼ ਦੇਖੀਏ ਕੋਈ ਵੀ ਅਸੀਂ ਸਟਰਗਲ ਦੇਖੀਏ ਸਾਨੂੰ ਹਿੰਮਤ ਮਿਲ ਸਕਦੀ ਹੈਗੀ ਕਿ ਇੰਨਾ ਕੁਝ ਹੋ ਸਕਦਾ ਜੇ ਅਸੀਂ ਇਕੱਠੇ ਹੋ ਕੇ ਕੋਈ ਗੱਲ ਤੇ ਟਿਕ ਕੇ
बैठी है। हाँ, ਇਹ ਮੈਂ ਇਸ ਵਜ੍ਹਾ ਤੋਂ ਗੱਲ ਕਰਦੀ ਹਾਂ ਕਿਉਂਕਿ ਮੇਰਾ ਮਨ ਜਿਹੜਾ ਹੈ ਨਾ ਬਹੁਤ ਖੁਸ਼ ਹੈ ਇਹ ਜਿਹੜਾ ਆਪਣਾ ਦਿੱਲੀ ਦੇ ਵਿੱਚ ਕਿਉਂਕਿ ਇਹ ਸਿੰਬੋਲਿਕ ਹੈ। ਇਹ ਇਸ ਤਰ੍ਹਾਂ ਹੀ ਹੈ ਕਿ ਜਦੋਂ ਤੁਸੀਂ ਜਿਹੜੇ ਕੋਲੋਂ ਜਿਹੜਾ ਕਿਸਾਨ ਜੋ ਬੀਜ ਪਾਉਂਦਾ ਤੁਹਾਨੂੰ ਸਭ ਕੁਝ ਦਿੰਦਾ 20 ਰੁਪਏ ਦੇ ਉਹਦੇ ਕੋਲ ਲੈ ਕੇ 200 ਰੁਪਏ ਚ ਤੁਸੀਂ ਕਰਦੇ ਹੋ ਤੇ ਉਸ ਮਿਹਨਤਕਸ਼ ਮਜ਼ਦੂਰ ਉਹ ਕੰਮ ਕਰਨ ਵਾਲਾ ਜਿਹੜਾ ਬੰਦਾ ਉਹਦਾ ਖੂਨ ਪਸੀਨਾ ਉਹਦਾ ਖੂਨ ਉਹਦਾ ਜਿਗਰ ਉਹਦੇ ਘਰਦਿਆਂ ਦਾ ਕਿੰਨੀ ਮਿਹਨਤ ਹੁੰਦੀ ਹੈ ਤੇ ਤੁਸੀਂ ਉਸ ਨੂੰ ਉਹਦੀ ਮਿਹਨਤ ਤੇ ਦਿੰਦੇ ਹੀ ਨਹੀਂ ਹੋ। ਮੈਂ ਐਸਟੈਬਲਿਸ਼ਮੈਂਟ ਸਰਕਾਰਾਂ ਦੇ ਹਵਾਲੇ ਨਾਲ ਗੱਲ ਕਰਦੀ ਹਾਂ ਤੇ ਹੁਣ ਤੁਸੀਂ ਦੇਖੋ ਉਹਨਾਂ ਦੇ ਬਾਰੇ ਚ ਗਾਣੇ ਵੀ ਲਿਖੇ ਜਾ ਰਹੇ ਆ ਉਹਨਾਂ ਬਾਰੇ ਚ ਦੁਨੀਆ ਕਿਸ ਤਰ੍ਹਾਂ ਇਕੱਠੀ ਹੋ ਗਈ। ਇਹ ਇੱਕ ਪੂਰੀ ਕਲਚਰ ਦੀ ਲਹਿਰ ਬਣ ਗਈ ਸਿਰਫ ਇੱਕ ਕਿਸਾਨ ਦੀ ਲਹਿਰ ਨਹੀਂ ਬਣੀ ਹੈਗੀ ਔਰ ਉਹਦੇ ਉੱਤੇ ਜਿੱਥੇ ਜਿੱਥੇ ਵੀ ਕੋਈ ਦੱਬਿਆ ਬੰਦਾ ਹੈ ਨਾ ਉਹ ਆਪਣੇ ਆਪ ਨੂੰ ਉਹਨਾਂ ਦੇ ਨਾਲ ਰਿਲੇਟ ਕਰ ਸਕਦਾ ਹੈ। ਤੇ ਫਿਰ ਆਪਣੀ ਅਸੀਂ ਇੰਗਲੈਂਡ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਇੰਨਾ ਹੁੰਦਿਆਂ ਅਸੀਂ ਲੋਕ ਇੱਥੇ ਕਿੰਨਾ ਕੰਮ ਕਰਦੇ ਹਾਂ ਅਸੀਂ ਕਿੰਨਾ ਟੈਕਸ ਪੇ ਕਰਦੇ ਹਾਂ ਸਾਡੇ ਘਰਾਂ ਦੇ ਜਿਹੜੇ ਨੇ ਨਾ ਬੱਚੇ ਵਗੈਰਾ ਮੈਂ ਦੇਖਿਆ ਹੈਗਾ ਵਿਦ ਨੋ ਆਫੈਂਸ ਕਿ ਇਹ ਜ਼ਿਆਦਾ ਮਿਹਨਤੀ ਲੋਕ ਆ। ਇੱਥੇ ਤੁਸੀਂ ਦੇਖੋ ਮਿਹਨਤ ਕਰਦੇ ਆ ਜਿੰਨੀ ਬਹੁਤੀ ਮਿਹਨਤ ਕਰਨੀ ਉਹਨਾਂ ਬਹੁਤਾ ਟੈਕਸ ਪੇ ਕਰਦੇ ਆ ਤੇ ਇਹ ਮੇਰਾ ਖਿਆਲ ਹੈ ਤੁਸੀਂ ਦੇਖੋ ਕਿ ਇਹ ਸਿਰਫ ਥੋੜੀ ਜੀ ਆਗਾਹੀ ਅਵੇਅਰਨੈਸ ਦੀ ਜ਼ਰੂਰਤ ਆ। ਤੇ ਬਰਮਿੰਗਮ ਚ ਤੁਸੀਂ ਇੱਕ ਜਨਰਲ ਕੁਛ ਦੱਸੋਗੇ ਕਿ ਇੱਥੇ ਲੋਕਾਂ ਦਾ ਕੀ ਰਵੱਈਆ ਹੈ ਐਟੀਟਿਊਡ ਹੈ ਟੁਵਰਡਸ ਮਰਦਮਸ਼ੁਮਾਰੀ? ਕਹਿਣਾ ਔਖਾ ਹੈਗਾ ਕਿਉਂਕਿ ਜਿੱਦਾਂ ਮੈਂ ਕਿਹਾ ਲੋਕਡਾਊਨ ਕਰਕੇ ਕੋਈ ਬਾਹਰ ਜਾਣਾ ਔਖਾ ਹੈਗਾ ਤੁਸੀਂ ਜਾ ਕੇ ਲੋਕਾਂ ਨੂੰ ਪੁੱਛ ਨਹੀਂ ਸਕਦੇ ਲੇਕਿਨ ਫਿਰ ਵੀ ਮੈਨੂੰ ਲੱਗਦਾ ਕਿ ਤੁਸੀਂ ਜਿਹੜੀ ਗੱਲ ਕਰ ਰਹੇ ਹੈਗੇ ਜਿਹੜੇ ਪ੍ਰੋਟੈਸਟ ਹੋ ਰਹੇਗੇ ਇੱਥੇ ਤੁਸੀਂ ਇਹ ਵੀ ਦੇਖੋਗੇ ਕਿੰਨਾ ਸਪੋਰਟ ਹੋ ਰਿਹਾ ਉਹ ਬਰਮਿੰਗਮ ਦੇ ਵਿੱਚ ਇੰਨੇ ਵੱਡੇ ਬਹੁਤ ਸਾਰੇ ਹੋਏ ਹੈਗੇ ਆ ਪ੍ਰੋਟੈਸਟ ਇੱਥੇ ਤੇ ਲੋਕ ਉਹ ਖਾਸ ਸਾਨੂੰ ਇਹ ਫਿਰ ਦਿਖਦਾ ਹੈਗਾ ਕਿ ਲੋਕ ਕਿੰਨੇ ਜੁੜੇ ਹੋਏ ਹੈਗੇ ਉਹ ਆਪਣੇ ਆਪ ਨੂੰ ਪੂਰੇ ਬ੍ਰਿਟਿਸ਼ ਨਹੀਂ ਸਮਝਦੇ ਹੈਗੇ ਕਿ ਅਸੀਂ ਬਸ ਇੱਥੇ ਰਹਿੰਦੇ ਹੈਗੇ ਔਰ ਅਸੀਂ ਸਾਨੂੰ ਬਸ ਇੱਥੇ ਦੀ ਪਰਵਾਹ ਹੈਗੀ ਆ ਇੱਥੇ ਰਹਿ ਕੇ ਵੀ ਉਹਨਾਂ ਦੀ ਉਹ ਆਈਡੈਂਟੀਟੀ ਹੈਗੀ ਆ ਤੇ ਉਹ ਜੁੜੇ ਹੋਏ ਹੈਗੇ ਪੰਜਾਬ ਦੇ ਨਾਲ ਤੇ ਨਾਲ ਮੈਂ ਕਹੂੰਗੀ ਪੰਜਾਬੀ ਨਾਲ ਵੀ ਜੁੜੇ ਹੋਏ ਹੈਗੇ ਆ ਤੇ ਬਹੁਤ ਸਾਰੇ ਲੋਕ ਤਾਂ ਉਹ ਮੈਨੂੰ ਪਤਾ ਕਿ ਬਹੁਤ ਸਾਰੇ ਲਿਖੋਗੇ ਪੰਜਾਬੀ ਲੇਕਿਨ ਕਈ ਹੈਗੇ ਆ ਔਰ ਜੋ ਮੈਂ ਸਵਾਲ ਪੁੱਛਦੀ ਪਏਗੀ ਉਹ ਜ਼ਿਆਦਾ ਹੈਗਾ ਇਹ ਇੰਟੀਗ੍ਰੇਸ਼ਨ ਦਾ ਨੈਰੇਟਿਵ ਜਦੋਂ ਮੈਂ ਕਹਿੰਦੀ ਹੈਗੀ ਕਿ ਕਦੀ ਲੋਕ ਸੋਚਦੇ ਕਿ ਸਾਨੂੰ ਅਸੀਂ ਇੱਥੇ ਰਹਿੰਦੇ ਹੈਗੇ ਸਾਨੂੰ ਗ੍ਰੇਟਫੁਲ ਹੋਣਾ ਚਾਹੀਦਾ ਜਾਂ ਸਾਨੂੰ ਇੱਥੇ ਇੰਟੀਗ੍ਰੇਟ ਹੋਣਾ ਚਾਹੀਦਾ ਹੈ ਅਸੀਂ ਗੋਰਿਆਂ ਵਕਨ ਬਣ ਜਾਈਏ ਲੇਕਿਨ ਅਸੀਂ ਇੱਥੇ ਰਹਿ ਸਕਦੇ ਹੈਗੇ ਵੈਸੇ ਗ੍ਰੇਟਫੁਲ ਬਣਨ ਦੀ ਲੋੜ ਨਹੀਂ ਹੈਗੀ ਹੈ ਕਿਉਂਕਿ ਜੇ ਤੁਸੀਂ ਸੋਚੋ ਕਿ ਉਹ ਸਾਡੀ ਜੋ ਹਿਸਟਰੀ ਹੈਗੀ ਕਲੋਨੀਅਲਿਜ਼ਮ ਦੀ ਔਰ ਨਾਲ ਇਹ ਵੀ ਤੁਸੀਂ ਸੋਚੋ ਕਿ ਬਹੁਤ ਸਾਰੇ ਆਏ ਸੀਗੇ ਇੱਥੇ ਕੰਮ ਕਰਨ ਦੀ ਹੈ ਨਾ ਫੈਕਟਰੀਆਂ ਦੇ ਵਿੱਚ ਬੁਲਾਇਆ ਗਿਆ ਸੀਗਾ ਉਹਨਾਂ ਨੂੰ ਤੇ ਕੋਈ ਇੱਥੇ ਅਸੀਂ ਆਏ ਨਹੀਂ ਕਿ ਆਪਣੇ ਆਪ ਨੂੰ ਅਸੀਂ ਇੱਥੇ ਆਏ ਕਿ ਅਸੀਂ ਆਪਣੀ ਮਰਜ਼ੀ ਨਾਲ ਆਏ ਉਹਦੀ ਇੱਕ ਹਿਸਟਰੀ ਹੈਗੀ ਆ ਇਸ ਕਰਕੇ ਸਾਨੂੰ ਗ੍ਰੇਟਫੁਲ ਬਣਨ ਦੀ ਲੋੜ ਨਹੀਂ ਹੈਗੀ ਆ ਲੇਕਿਨ ਅਸੀਂ ਆਪਣਾ ਸਿਰ ਉਠਾ ਕੇ ਅਸੀਂ ਗਰਵ ਦੇ ਨਾਲ ਇੱਥੇ ਰਹੀਏ ਕਿ ਸਾਡੀ ਆਈਡੈਂਟੀਟੀ ਵੀ ਹੈਗੀ ਸਾਡੀ ਬੋਲੀ ਵੀ ਹੈਗੀ ਲੇਕਿਨ ਅਸੀਂ ਇੱਥੇ ਸਾਡਾ ਹੱਕ ਹੈਗਾ ਇੱਥੇ ਰਹਿਣ ਲਈ ਔਰ ਇੱਥੇ ਦੇ ਫਾਇਦੇ ਉਠਾਉਣ ਲਈ ਯੂਕੇ ਦੇ ਵਿੱਚ ਰਹਿਣ ਦੀ ਲੇਕਿਨ ਜਿਹੜੀ ਇੱਕ ਹੋਰ ਮੈਂ ਇੰਨੀ ਜ਼ਿਆਦਾ ਖਾਸ ਗੱਲ ਨਹੀਂ ਕੀਤੀ ਮੈਂ ਜ਼ਿਆਦਾ ਅੰਗਰੇਜ਼ੀ ਦੇ ਬਾਰੇ ਗੱਲ ਕੀਤੀ ਹੈਗੀ ਲੇਕਿਨ ਦੂਸਰੀ ਗੱਲ ਹੈ ਕਿ ਜੇ ਅਸੀਂ ਸੋਚੀਏ ਕਿ ਇੱਥੇ ਜਿਹੜੀ ਹੋ ਰਹੀ ਆ ਅੰਗਰੇਜ਼ੀ ਦੇ ਉੱਤੇ ਜ਼ਿਆਦਾ ਫੋਕਸ ਹੈਗਾ ਲੇਕਿਨ ਇੰਡੀਆ ਦੇ ਵਿੱਚ ਅਲੱਗ ਹੈਗਾ ਆ ਕਿ ਉਹ ਜ਼ਿਆਦਾ ਹਿੰਦੀ ਦੇ ਉੱਤੇ ਐਮਫੈਸਿਸ ਹੈਗਾ ਜਿਹੜੀ ਗਵਰਨਮੈਂਟ ਹੈਗੀ ਆ ਉਹ ਜ਼ਿਆਦਾ ਹਿੰਦੂ ਔਰ ਹਿੰਦੀ ਆਈਡੈਂਟੀਟੀ ਦੇ ਉੱਤੇ ਉਹ ਲੋਕਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰਦੀ ਹੈ ਉਹ ਫਿਰ ਨਾਲ ਜੋ ਅਸੀਂ ਇਹ ਰਜਿਸਟ ਕਰ ਰਹੇ ਹੈਗੇ ਤੇ ਉਹ ਵੀ ਇੱਕ ਦੂਸਰੀ ਹੈਗੀ ਆ ਲੜਾਈ ਕਿ ਅਸੀਂ ਉਹਦੇ ਵਿੱਚ ਨਾ ਆਈਏ ਕਿ ਖਾਸ ਮੈਨੂੰ ਲੱਗਦਾ ਜਿਹੜੇ ਸ਼ਾਇਦ ਯੂਕੇ ਦੇ ਵਿੱਚ ਹਿੰਦੂ ਪੰਜਾਬੀ ਹੋ ਗਏ ਮੇਰੀ ਵੀ ਫੈਮਿਲੀ ਹਿੰਦੂ ਪੰਜਾਬੀ ਹੈਗੀ ਆ ਤੇ
ਅਸੀਂ ਘਰ ਦੇ ਵਿੱਚ ਹਮੇਸ਼ਾ ਪੰਜਾਬੀ ਬੋਲੀ, ਅਸੀਂ ਹਿੰਦੀ ਕਦੀ ਬੋਲੀ ਨਹੀਂ। ਲੇਕਿਨ ਮੇਰੀ ਜਿਹੜੀ ਨਾਨੀ ਸੀਗੀ, ਉਹ ਸਕੂਲ ਗਏ ਸੀਗੇ, ਸ਼ਾਇਦ ਉਹਨਾਂ ਨੇ ਸਿਰਫ 8ਵੀਂ ਤੱਕ ਪੜ੍ਹੇ ਹੋਗੇ, ਲੇਕਿਨ ਉਹਨਾਂ ਨੇ ਹਿੰਦੀ ਪੜ੍ਹੀ। ਤੇ ਮੈਨੂੰ ਬਹੁਤ ਹੀ ਅਜੀਬ ਲੱਗਿਆ ਕਿ ਉਹ ਮੇਰੀ ਨਾਨੀ ਨੇ ਕਦੀ ਹਿੰਦੀ ਬੋਲੀ ਨਹੀਂ ਆਪਣੀ ਲਾਈਫ ਦੇ ਵਿੱਚ, ਲੇਕਿਨ ਉਹ ਸਕੂਲ ਦੇ ਵਿੱਚ ਉਹਨਾਂ ਨੇ ਹਿੰਦੀ ਪੜ੍ਹਨੀ ਸਿੱਖੀ। ਤੇ ਸਾਨੂੰ ਵੀ ਬਚਪਨ ਦੇ ਵਿੱਚ ਸਾਨੂੰ ਸਕੂਲ ਦੇ ਵਿੱਚ ਪਾਇਆ ਸੀ ਸੈਟਰਡੇ ਕਿ ਤੁਸੀਂ ਹਿੰਦੀ ਸਿੱਖੋ, ਪੜ੍ਹਨਾ ਲਿਖਣਾ। ਤੇ ਮੈਨੂੰ ਕਦੀ ਸਮਝ ਨਹੀਂ ਆਉਂਦੀ ਸੀਗੀ ਕਿ ਅਸੀਂ ਹਿੰਦੀ ਕਿਉਂ ਸਿੱਖ ਰਹੇ ਹੈਗੇ ਜਦੋਂ ਅਸੀਂ ਬੋਲਦੇ ਹੈਗੇ ਪੰਜਾਬੀ। ਮੈਂ ਤਾਂ ਬਾਅਦ ਦੇ ਵਿੱਚ ਪੰਜਾਬੀ ਸਿੱਖੀ ਕਿ ਮੈਂ ਪੰਜਾਬੀ ਵੀ ਪੜ੍ਹਾ, ਲੇਕਿਨ ਉਹਦੀ ਵੀ ਇੱਕ ਹਿਸਟਰੀ ਹੈਗੀ ਆ ਕਿ ਜਿਹੜੀ ਕੋਲੋਨਿਜ਼ਮ ਦੇ ਨਾਲ, ਮਜ਼ਹਬ ਦੇ ਨਾਲ ਬੋਲੀ ਜੋੜੀ ਕੇ ਜਿਹੜੇ ਹਿੰਦੂ ਹੈਗੇ ਉਹ ਹਿੰਦੀ ਦੇ ਨਾਲ ਜੁੜੇ ਹੈਗੇ, ਜਿਹੜੇ ਮੁਸਲਿਮ ਹੈਗੇ ਉਰਦੂ ਦੇ ਨਾਲ। ਸੋ ਉਹ ਵੀ ਲੇਕਿਨ ਸਾਡੀ ਜੋ ਆਪਣਾ ਕਲਚਰ, ਆਪਣੀ ਬੋਲੀ ਉਹ ਪੰਜਾਬੀ ਹੈਗੀ ਹੈ, ਤੇ ਅਸੀਂ ਉਹ ਵੀ ਯਾਦ ਰੱਖੀਏ। ਹਾਂ, ਜ਼ਬਾਨ ਜਿਹੜੀ ਹੈ ਉਹਦਾ ਕੋਈ ਮਜ਼ਹਬ ਦੇ ਨਾਲ ਨਹੀਂ ਹੁੰਦਾ, ਉਹਦਾ ਵਸੇਬ ਦੇ ਨਾਲ ਇੱਕ ਵਾਸਤਾ ਹੁੰਦਾ। ਇਹ ਮੇਰਾ ਜ਼ਾਤੀ ਖਿਆਲ ਹੈ, ਕੋਈ ਦੂਸਰਾ ਉਹਦੇ ਤੋਂ ਇਖਤਲਾਫ ਵੀ ਕਰ ਸਕਦਾ ਹੈ। ਪਰ ਪੰਜਾਬੀ ਤੇ ਉਹੀ ਗੱਲ ਹੈ ਕਿ 5000 ਸਾਲ ਪਹਿਲੇ ਦੀ ਹੈ, ਇਹ ਕਿਹੜੀ ਕੋਈ ਨਵੀਂ ਜ਼ਬਾਨ ਹੈ। ਲੇਕਿਨ ਇਹ ਕਿ ਇਹ ਜ਼ਰੂਰ ਅਸੀਂ ਅਵੇਅਰਨੈਸ ਵਾਸਤੇ ਜ਼ਰੂਰ ਕਰਾਂਗੀ। ਦੇਖੋ ਮੈਂ ਤੇ ਨਾ ਜ਼ਰੂਰ ਕਰਦੀ ਹਾਂ, ਮੈਂ ਤੇ ਇਹ ਜਿਹੜਾ ਹੈ ਮੇਰੇ ਕੋਲ ਤੇ ਪੰਜਾਬ ਦੀ ਹਿਸਟਰੀ ਦੀਆਂ ਮੈਂ ਤੇ ਕਿਤਾਬਾਂ ਇਹ ਡਾਕਟਰ ਮਨਜ਼ੂਰ ਇਜਾਜ਼ ਦੇ ਤੇ ਬਾਕੀ ਜਿਹੜੇ ਵੀ ਰਾਈਟਰਸ ਲਿਖਦੇ ਆ, ਮੈਨੂੰ ਖੁਦ ਵੀ ਕੋਈ ਇਤਨਾ ਨਹੀਂ ਸੀ ਪਤਾ ਹੈਗਾ। ਮੈਂ ਵੀ ਇਹਨੂੰ ਕੁਝ ਸਾਲਾਂ ਪਹਿਲੇ ਤੋਂ ਹੀ ਸਟਾਰਟ ਕੀਤਾ, ਔਰ ਫਿਰ ਮੈਨੂੰ ਪਤਾ ਚੱਲਿਆ ਕਿ ਇਹ ਤੇ ਜੁੜਤ ਹੈ, ਇਹ ਤੇ ਮੇਰੀ ਜ਼ਮੀਨ ਤੇ ਮੇਰੇ ਕਲਚਰ ਤੇ ਸਾਡਾ ਕਲਚਰ ਹੈ, ਔਰ ਬਹੁਤ ਰਿਚ ਕਲਚਰ ਹੈ। ਇਹ ਇਸੇ ਤਰ੍ਹਾਂ ਹੈ ਜਿਸ ਤਰ੍ਹਾਂ ਪਾਕਿਸਤਾਨੀ ਜਿਹੜੇ ਨੇ ਉਰਦੂ, ਸਾਨੂੰ ਇਤਰਾਜ਼ ਨਹੀਂ ਹੈ ਕਿਸੇ ਗੱਲ ਦਾ। ਜਿਹੜਾ ਉਰਦੂ ਸਪੀਕਿੰਗ ਹੈ, ਜਿਹੜਾ ਉਹ ਜ਼ਰੂਰ ਆਪਣੀ ਮਾਂ ਬੋਲੀ ਜ਼ਬਾਨ ਉਰਦੂ ਲਿਖੇ, ਲੇਕਿਨ ਜਿਹੜਾ ਪੰਜਾਬੀ ਹੈ ਉਸਦਾ ਤੇ ਕੰਮ ਹੈ ਨਾ ਕਿ ਉਹਦੇ ਤੇ ਗਰਵ ਕਰੇ। ਮੈਨੂੰ ਤੁਹਾਡੀ ਗੱਲ ਬਹੁਤ ਅੱਛੀ ਲੱਗੀ ਹੈ ਕਿ ਸਾਨੂੰ ਆਪਣੀ ਜ਼ਬਾਨ ਦੇ ਉੱਤੇ ਗਰਵ ਹੋਣਾ ਚਾਹੀਦਾ ਹੈ, ਔਰ ਸਾਨੂੰ ਇਹ ਚੀਜ਼ ਜਦੋਂ ਅਸੀਂ ਪਹਿਲੇ ਖੁਦ ਆਪਣੇ ਆਪ 'ਚ ਮੰਨਾਂਗੇ ਤੇ ਫਿਰ ਅਸੀਂ ਕਿਸੇ ਹੋਰ ਨੂੰ ਕਹਿ ਪਾਵਾਂਗੇ ਨਾ। ਤੇ ਬੜਾ ਹੀ ਅੱਛਾ ਲੱਗਿਆ ਤੁਹਾਡੇ ਨਾਲ। ਹੁਣ ਜ਼ਰਾ ਟਾਈਮ ਥੋੜਾ ਇੰਝ ਹੁੰਦਾ ਪਿਆ, ਮੈਂ ਚਾਹਾਂਗੀ ਕਿ ਤੁਸੀਂ ਥੋੜਾ ਬਹੁਤ ਆਪਣੇ ਫਿਕਸ਼ਨ ਦੇ ਬਾਰੇ 'ਚ ਵੀ ਕੁਝ ਦੱਸੋ। ਫਿਕਸ਼ਨ ਰਾਈਟਰ ਵੀ ਹੈਗੇ ਤੁਸੀਂ। ਹਾਂਜੀ, ਕੀ ਲਿਖਦੇ ਹੋ, ਕੀ ਹੁਣ ਤੱਕ ਕੀ ਲਿਖਿਆ ਤੁਸੀਂ? ਹਜੇ ਤੱਕ ਮੇਰੀ ਸ਼ੋਰਟ ਸਟੋਰੀਜ਼ ਹੋਈ ਹੈਗੀ ਆ ਪਬਲਿਸ਼, ਲੇਕਿਨ ਮੈਂ ਬਹੁਤ ਸਾਲਾਂ ਦੀ ਨੋਵਲ ਲਿਖ ਰਹੀ ਹੈਗੀ ਆ। ਤੇ ਉਹ ਨੋਵਲ ਖਾਸ ਬਰਮਿੰਗਮ ਦੇ ਵਿੱਚ ਉਹਦੀ ਸੈਟਿੰਗ ਹੈਗੀ ਹੈ, ਲੇਕਿਨ ਮੈਂ ਜਿਹੜੀ 1980s ਦੀ ਹਿਸਟਰੀ ਹੈਗੀ ਆ ਉਹ 10 ਸਾਲ ਕਵਰ ਕਰਕੇ ਮੈਂ ਬਹੁਤ ਕੁਝ ਲਿਖ ਰਹੀ ਹੈਗੀ ਆ। ਖਾਸ ਪੰਜਾਬੀਆਂ ਦਾ ਫੋਕਸ ਹੈਗਾ ਮੇਰੀ ਨੋਵਲ ਦਾ। ਤੇ ਉਹ ਵੈਸੇ ਤਾਂ ਉਹ ਜਿਹੜਾ ਪੀਰੀਅਡ ਹੈਗਾ ਉਹਦੇ ਵਿੱਚ ਬਹੁਤ ਕੁਝ ਹੋਇਆ, ਤੇ UK ਦੇ ਵਿੱਚ ਵੀ ਬਹੁਤ ਕੁਝ ਹੋਇਆ, ਲੇਕਿਨ ਜੋ ਇੰਡੀਆ ਦੇ ਵਿੱਚ ਵੀ ਹੋਇਆ ਤੇ ਉਹਦਾ ਇੱਥੇ ਵੀ ਜਿਹੜਾ ਅਸਰ ਹੋਇਆ, ਜਿਹੜਾ ਬਹੁਤ ਲੋਕਾਂ ਨੇ ਉਹਦੇ ਬਾਰੇ ਲਿਖਿਆ ਨਹੀਂ ਹੈਗਾ ਕਿ ਉਹਦੇ ਵਿੱਚ UK ਦੇ ਜਿਹੜੇ ਇੱਥੇ ਦੇ ਪੰਜਾਬੀ ਸੀਗੇ ਉਹ ਕਾਫੀ ਇਨਵੋਲਵਡ ਸੀਗੇ। ਤੇ ਮੇਰੀ ਨੋਵਲ ਕਾਫੀ ਰਿਸਰਚ ਮੈਂ ਬਹੁਤ ਸਾਲਾਂ ਤੋਂ ਕੀਤਾ, ਉਹਦੇ ਵਿੱਚ ਬਹੁਤ ਸਾਰਾ ਮੈਂ ਮਿਊਜ਼ਿਕ ਦੇ ਬਾਰੇ ਵੀ ਪਾਇਆ ਹੈਗਾ ਆ, ਤੇ ਪੋਲਿਟਿਕਸ, ਐਂਟੀ ਰੇਸਿਜ਼ਮ। ਅੱਛਾ, ਤੇ ਇਹ ਕਿਹੜੀ ਲੈਂਗੁਏਜ ਵਿੱਚ ਹੈ ਤੁਹਾਡਾ ਨੋਵਲ? ਮੇਰੀ ਅੰਗਰੇਜ਼ੀ ਦੇ ਵਿੱਚ ਹੀ ਆ, ਕਿਉਂਕਿ ਪੰਜਾਬੀ ਮੇਰੀ ਇੰਨੀ ਲਿਖਣ ਦੇ ਵਿੱਚ ਨਹੀਂ, ਮੈਂ ਉਹ ਤੁਸੀਂ ਜਿਹੜਾ ਅਸਲ 'ਚ ਜਿਹੜੀ ਉਹਦੇ 'ਚ ਥੀਮ ਹੈ ਨਾ, ਉਹ ਬਹੁਤ ਮੈਟਰ ਕਰਦਾ ਹੈ ਕਿ ਤੁਸੀਂ ਕਿਹੜੀਆਂ ਉਹ ਸਭ ਨੂੰ ਕਵਰ ਕੀਤਾ ਹੈ। ਤੇ ਮੈਂ ਤੁਹਾਨੂੰ ਪਤਾ ਭੇਜਾਂਗੀ, ਮੈਨੂੰ ਤੁਸੀਂ ਨੋਵਲ ਭੇਜਣਾ, ਮੈਂ ਤੁਹਾਡਾ ਨੋਵਲ ਪੜਾਂਗੀ ਨਾ। ਅਜੇ ਪਬਲਿਸ਼ ਨਹੀਂ ਹੋਈ, ਲੇਕਿਨ ਚਲੋ ਹੋ ਜਾਏਗੀ ਹੋ ਜਾਊਗੀ ਜਲਦੀ। ਆਲ ਆਰ ਬੈਸਟ ਵਿਸ਼ੇਸ ਫॉर ਤੁਹਾਡੇ ਨੋਵਲ ਤੇ। ਲੇਕਿਨ ਤੁਸੀਂ ਬਹੁਤ ਵਧੀਆ ਇਹ ਕੰਮ ਕੀਤਾ ਹੈ। ਤੇ ਇਸ ਤੋਂ ਇਲਾਵਾ ਮੈਨੂੰ ਦੱਸੋ ਕਿ ਇਹ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਇੱਕ ਮੈਂ ਆਖਰੀ ਸਵਾਲ ਵੀ ਪੁੱਛਾਂਗੀ ਕਿ ਤੁਸੀਂ ਇੱਕ ਅੱਜ ਦੀ ਪੀੜ੍ਹੀ ਦੀ ਇੱਕ ਪੜ੍ਹੀ ਲਿਖੀ
ਅਵੇਅਰਨੈਸ ਰੱਖਣ ਵਾਲੀ ਜਿਹੜੀ ਫੀਮੇਲ ਹੈ, ਉਹ ਇਹ ਮਰਦਮਸ਼ੁਮਾਰੀ ਦੇ ਵਿੱਚ ਕੀ ਪੈਗਾਮ ਦੇਣਾ ਚਾਹੇਗੀ ਆਪਣੇ ਜਿੰਨੇ ਯੂਕੇ ਦੇ ਆਪਣੇ ਮਿੱਤਰ ਦੇਖਦੇ ਪਏ ਨੇ ਇਸ ਵਕਤ? ਮੈਂ ਇਹੀ ਕਹੂਗੀ ਕਿ ਅਸੀਂ ਪੜ੍ਹੇ ਲਿਖੇ ਬਣਨਾ ਇਹਦਾ ਇਹ ਨਹੀਂ ਮਤਲਬ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਭੁੱਲੀਏ। ਤੇ ਇੱਕ ਹੋਰ ਮੈਂ ਖਾਸ ਗੱਲ ਕਰਨੀ ਚਾਹੂੰਗੀ, ਬਹੁਤ ਕੁਛ ਤਾਂ ਮੈਂ ਕਹਿ ਤਾਂ ਚੁੱਕੀ ਹਾਂ ਕਿ ਸਾਡੀ ਆਈਡੈਂਟਿਟੀ, ਸਾਡਾ ਕਲਚਰ, ਸਾਡੀ ਹਿਸਟਰੀ ਬੋਲੀ ਦੇ ਨਾਲ ਜੁੜੀ ਹੋਈ ਹੈਗੀ ਹੈ, ਤੇ ਸਾਨੂੰ ਉਹਦੇ ਤੇ ਗਰਵ ਵੀ ਹੋਣਾ ਚਾਹੀਦਾ, ਸਾਨੂੰ ਭੁੱਲਣਾ ਨਹੀਂ ਚਾਹੀਦਾ। ਲੇਕਿਨ ਮੈਂ ਇੱਕ ਹੋਰ ਵੀ ਗੱਲ ਕਹੂੰਗੀ ਕਿ ਅਸੀਂ ਜਿਹੜੀ ਆਪਣੀ ਬੋਲੀ ਹੈਗੀ, ਅਸੀਂ ਉਹਦੇ ਨਾਲ ਕ੍ਰਿਟੀਕਲੀ ਵੀ ਇੰਗੇਜ ਕਰੀਏ। ਮੈਂ ਕਾਫੀ ਇਹਦੇ ਬਾਰੇ ਬੋਲਦੀ ਔਰ ਸੋਚਦੀ ਵੀ ਹੈਗੀ ਆ ਕਿ ਅਸੀਂ ਜਿਹੜੇ ਸਾਡਾ ਲਿਟਰੇਚਰ ਹੈਗਾ, ਸਾਡੇ ਗਾਣੇ ਹੈਗੇ, ਸਾਡਾ ਜੋ ਰਾਈਟਰ ਵੀ ਆਏ ਹੈਗੇ ਆ, ਅਸੀਂ ਉਹਨਾਂ ਨੂੰ ਸਿਰਫ ਇਹ ਨਾ ਸੋਚੀਏ ਕਿ ਅਸੀਂ ਬਸ ਇਹਨਾਂ ਨੂੰ ਯਾਦ ਕਰਨਾ, ਨੋਸਟੈਲਜੀਆ ਦੇ ਵਿੱਚ ਨਾ ਅਸੀਂ ਫਸੀਏ, ਲੇਕਿਨ ਅਸੀਂ ਅੱਗੇ ਵੀ ਜਾਈਏ, ਕਿਉਂਕਿ ਸਾਡੀ ਜਿਹੜੀ ਬੋਲੀ ਹੈਗੀ ਉਹ ਅਲਾਈਵ ਹੈਗੀ ਆ, ਅਸੀਂ ਉਹਨੂੰ ਬਦਲ ਸਕਦੇ ਹੈਗੇ ਆ, ਅਸੀਂ ਸਵਾਲ ਪੁੱਛ ਸਕਦੇ ਹੈਗੇ ਆ। ਬਹੁਤ ਕੁਝ ਗਲਤ ਵੀ ਹੈਗਾ ਆ ਸਾਡੇ ਕਲਚਰ ਦੇ ਵਿੱਚ, ਜਿਹੜਾ ਸਾਡੀ ਬੋਲੀ ਦੇ ਵਿੱਚੋਂ ਵੀ ਆਂਦਾ ਹੈਗਾ, ਜਿੱਦਾਂ ਔਰਤਾਂ ਦੀ ਜਿਹੜੀ ਪੋਜੀਸ਼ਨ ਹੁੰਦੀ ਹੈਗੀ ਆ, ਜ਼ਿਆਦਾ ਆਦਮੀਆਂ ਦੀ ਜਿਹੜੀ ਨਜ਼ਰ ਹੁੰਦੀ ਆ, ਉਹਨੂੰ ਅਸੀਂ ਉਹਦੇ ਬਾਰੇ ਸਵਾਲ ਪੁੱਛੀਏ, ਕਾਸਟ ਦੇ ਬਾਰੇ ਸਵਾਲ ਪੁੱਛੀਏ, ਅਸੀਂ ਜਿਹੜਾ ਗੋਰੇ ਰੰਗ ਦੇ ਨਾਲ ਹੈਗਾ ਆ, ਬਹੁਤ ਕੁਛ ਹੈਗਾ ਹੈ, ਤੇ ਅਸੀਂ ਇਹ ਨਾ ਸੀ ਕਿ ਅਸੀਂ ਸੋਚੀਏ ਕਿ ਅਸੀਂ ਬਸ ਹੁਣ ਇੱਥੇ ਫਸੇ ਹੈਗੇ, ਅਸੀਂ ਬਸ ਹੁਣ ਸੈਲੀਬ੍ਰੇਟ ਹੀ ਕਰਨਾ ਹੈਗਾ, ਅਸੀਂ ਸਵਾਲ ਨਹੀਂ ਪੁੱਛੇ ਔਰ ਅਸੀਂ ਬਦਲਣਾ ਵੀ ਨਹੀਂ ਹੈਗਾ ਇਹ ਆਪਣਾ ਕਲਚਰ। ਇਹ ਬਹੁਤ ਹੀ ਪਿਆਰੀ ਤੁਸੀਂ ਗੱਲ ਕੀਤੀ ਹੈ, ਔਰ ਹੁਣ ਤੱਕ ਮੈਂ ਜਿੰਨੇ ਸ਼ੋਅ ਕੀਤੇ ਨੇ, ਮੈਂ ਆਈ ਮਸਟ ਐਪਰੀਸ਼ੀਏਟ ਯੂ ਕਿ ਤੁਸੀਂ ਇੱਕ ਸਵਾਲ ਕਰਨ ਦੀ ਗੱਲ ਜਿਹੜੀ ਕੀਤੀ ਹੈ, ਇਹ ਸਾਡੇ ਵਿੱਚ, ਸਾਡੇ ਕਲਚਰ 'ਚ, ਔਰ ਖਾਸ ਤੌਰ ਤੇ ਇਹ ਜਿਹੜਾ ਪੰਜਾਬੀ ਦਾ ਪੁਰਾਣਾ ਰਵਾਇਤੀ ਕਲਚਰ ਹੈ, ਜਿਹਦੇ ਵਿੱਚ ਇਨਫਲੂਐਂਸ ਤੇ ਜਿਹੜਾ ਹੈ ਨਾ, ਇਹ ਪਿਦਰਸਰੀ ਪੁਰਾਣੇ ਜ਼ਮਾਨੇ ਦਾ ਇਹ ਜਿਹੜਾ ਸੀ ਨਾ, ਜਦੋਂ ਜ਼ਰਾਤ ਸ਼ੁਰੂ ਹੋਈ ਹੈ ਤੇ ਫਿਰ ਉਹ ਮਦਰਸਰੀ ਤੋਂ ਪਿਦਰਸਰੀ ਵਾਲੇ ਪਾਸੇ ਆ ਗਏ, ਔਰ ਆਰੀਆ ਆਏ ਜਦੋਂ ਪੰਜਾਬ 'ਚ, ਤੇ ਉਹ ਲੋਕਾਂ ਨਾਲ ਕੀ ਦਰੋਹ ਉਹਨਾਂ ਨੇ ਕੀਤਾ। ਮੇਰਾ ਖਿਆਲ ਹੈ ਉਹਦਾ ਵੀ ਬਹੁਤ ਅਸਰ ਹੈ, ਤੇ ਤੁਹਾਡੀ ਵਗਰੀ ਜਿਹੜੀ ਸਾਡੀ ਅੱਜ ਦੀ ਪੀੜ੍ਹੀ ਹੈ, ਉਹ ਸਵਾਲ ਕਰਕੇ, ਔਰ ਅਸੀਂ ਸਾਡੇ ਵਗਰੇ ਦੂਜਿਆਂ ਨੂੰ ਸਵਾਲ ਦੀ ਤਰਗੀਬ ਦੇ ਕੇ ਕਿ ਉਹਨਾਂ ਨੂੰ ਅਸੀਂ ਐਪਰੀਸ਼ੀਏਟ ਕਰੀਏ ਕਿ ਉਹ ਸਵਾਲ ਕਰਨ, ਤੇ ਸਵਾਲ ਤੋਂ ਬਾਅਦ ਅਸੀਂ ਜਵਾਬ ਦਈਏ, ਔਰ ਫਿਰ ਇੰਜ ਥੋੜਾ ਜਿਹਾ ਅੱਗੇ ਚੱਲੀਏ। ਤੇ ਬਹੁਤ ਚੰਗਾ ਲੱਗਿਆ ਕਵਿਤਾ ਜੀ, ਥੈਂਕ ਯੂ ਸੋ ਮਚ, ਯੂ ਆਰ ਸੋ ਲਵਲੀ। ਔਰ ਉਹਦੇ ਤੋਂ ਵੱਧ ਜਿਹੜੇ ਤੁਹਾਡੇ ਖਿਆਲਾਤ ਨੇ, ਜਿਹੜੇ ਤੁਹਾਡੇ ਵਿਚਾਰ ਨੇ, ਉਹਨਾਂ ਨੇ ਮੈਨੂੰ ਬਹੁਤ ਇੰਪ੍ਰੈਸ ਕੀਤਾ ਹੈ। ਬਹੁਤ ਥੈਂਕ ਯੂ। ਤੁਸੀਂ ਮੈਨੂੰ ਇੱਥੇ ਇਨਵਾਈਟ ਕੀਤਾ, ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ, ਆਲ ਮਾਈ ਲਵ ਫॉर ਯੂ, ਔਰ ਤੁਹਾਡੇ ਬੇਬੀ ਵਾਸਤੇ ਵੀ, ਔਰ ਉਹਦੇ ਨਾਲ ਪੰਜਾਬੀ ਬੋਲਣਾ ਮੈਨੂੰ ਬਹੁਤ ਮਿੱਠੀ ਜ਼ੁਬਾਨ ਤੁਹਾਡੀ ਲੱਗੀ। Thank you once again. Thank you.